Hello everyone, welcome to Raj Malhotra's YouTube channel. I'm Amandeep Kaur and we are back with another session on Economic Survey of Punjab. So ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਕਨੋਮਿਕ ਸਰਵੇ ਦੀਆਂ ਕਲਾਸਿਸ ਸੀਰੀਜ਼ ਆਪਾਂ ਸ਼ੁਰੂ ਕਰੀ ਹੋਈਆਂ ਨੇ ਤੇ ਅੱਜ ਜਿਹੜਾ ਫਰਸਟ ਚੈਪਟਰ ਹੈ ਮੈਕਰੋ ਇਕਨੋਮਿਕ ਓਵਰਵਿਊ ਉਹਦਾ ਲਾਸਟ ਸੈਸ਼ਨ ਰਹੇਗਾ। ਅੱਜ ਦੇ ਲੈਕਚਰ ਦੇ ਵਿੱਚ ਆਪਣੇ ਕੋਲੇ ਕਾਫੀ ਇੰਪੋਰਟੈਂਟ ਡੈਫੀਨੇਸ਼ਨਸ ਨੇ ਜਾਂ ਤੁਸੀਂ ਕਹਿ ਲਓ ਇਕਨੋਮਿਕ ਟਰਮਸ ਨੇ ਜਿਹੜੀਆਂ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਹੋ ਸਕਦੀਆਂ ਨੇ, ਚਾਹੇ ਆਪਾਂ ਪ੍ਰੀਲਿਮਸ ਦੀ ਗੱਲ ਕਰ ਲਈਏ ਚਾਹੇ ਮੇਨਸ ਦੀ ਗੱਲ ਕਰ ਲਈਏ। ਜਿੱਦਾਂ ਆਪਾਂ ਇਹ ਡਾਊਟ ਹਮੇਸ਼ਾ ਬੱਚਿਆਂ ਨੂੰ ਰਹਿੰਦਾ ਹੈ ਕਿ ਆਪਾਂ ਕਿਹੜੇ ਸਕੀਮਸ ਕਰਕੇ ਜਾਈਏ ਬਿਕਾਜ਼ ਸਕੀਮਸ ਬਹੁਤ ਜ਼ਿਆਦਾ ਨੇ ਤੇ ਹਿਊਮਨਲੀ ਪੋਸੀਬਲ ਨਹੀਂ ਹੈ ਕਿ ਤੁਸੀਂ ਸਾਰੀਆਂ ਧਿਆਨ 'ਚ ਰੱਖ ਪਾਓ। One method is that which is just mentioned in the government notes, right? So economic survey बहुत ਵਧੀਆ method ਹੈ ਜਿਹਦੇ ਵਿੱਚ ਅਗਰ ਜਿਹੜੀ ਸਕੀਮ ਡਿਸਕਸ ਨੇ ਆਪਾਂ ਕਰ ਲਈਏ ਤਾਂ that will be more than enough, ਠੀਕ ਹੈ। ਸੋ ਲਾਸਟ ਕਲਾਸ ਦੇ ਵਿੱਚ ਵੀ ਆਪਾਂ ਜਿਹੜੀਆਂ ਓਲਡ ਏਜ ਪੈਨਸ਼ਨ ਸਕੀਮਸ ਨੇ, ਵਿਡੋ ਡਿਸੇਬਿਲਿਟੀ ਦੇ ਰਿਲੇਟਡ ਜਿਹੜੀਆਂ ਸਕੀਮਸ ਨੇ ਉਹਦੇ ਬਾਰੇ ਆਪਾਂ ਗੱਲ ਕਰ ਲਈ ਸੀ, ਉਹ ਬਹੁਤ ਇੰਪੋਰਟੈਂਟ ਨੇ। ਅੱਜ ਦੇ ਲੈਕਚਰ ਦੇ ਵਿੱਚ ਇੰਪਲੋਇਮੈਂਟ ਰੁਜ਼ਗਾਰ ਦੇ ਰਿਲੇਟਡ ਕੁਝ ਸਕੀਮਸ ਵੀ ਨੇ, ਟਰਮਸ ਵੀ ਨੇ ਜਿਹੜੀਆਂ ਆਪਣੇ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਨੇ, ਅਗੇਨ ਐਜ਼ ਵੈਲ ਐਜ਼ ਪ੍ਰੀਲਿਮਸ ਐਜ਼ ਵੈਲ ਐਜ਼ ਮੇਨਸ ਇਜ਼ ਕੰਸਰਨਡ, ਠੀਕ ਹੈ ਜੀ। ਸੋ ਲੈਟਸ ਫੋਕਸ, ਠੀਕ ਹੈ। ਚਲੋ ਆਪਣੇ ਕੋਲ ਜਿਹੜਾ ਨੈਕਸਟ ਟੌਪਿਕ ਇਕਨੋਮਿਕ ਸਰਵੇ ਵਿੱਚ ਡਿਸਕਸ ਕੀਤਾ ਗਿਆ ਦੈਟ ਇਜ਼ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ, ਰਾਈਟ। ਇਹ ਸਭ ਕੁਝ ਸਮਝਣ ਤੋਂ ਪਹਿਲਾਂ ਆਈ ਮਸਟ ਅੰਡਰਸਟੈਂਡ ਦ ਬੇਸਿਕ ਕਨਸੈਪਟਸ ਲਾਈਕ ਵਾਟ ਇਜ਼ ਦਿਸ ਫੋਰਸ, ਠੀਕ ਹੈ, ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਕੀ ਹੈ, ਇਹ ਸਾਰੀ ਚੀਜ਼ਾਂ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ, ਠੀਕ ਹੈ। ਜਸਟ ਗਿਵ ਮੀ 1 ਮਿੰਟ। ਓਕੇ, ਸੋ ਕੁਝ ਟਰਮਸ ਨੇ ਪਹਿਲਾਂ ਆਪਾਂ ਕਲੀਅਰ ਕਰਦੇ ਹਾਂ, ਉਹਦੇ ਤੋਂ ਬਾਅਦ ਹੀ ਆਪਾਂ ਨੂੰ ਜੋ ਇਕਨੋਮਿਕ ਸਰਵੇ ਵਿੱਚ ਲਿਖਿਆ ਗਿਆ ਉਹ ਸਮਝ ਆਏਗਾ। ਲੇਬਰ ਫੋਰਸ, ਠੀਕ ਹੈ। ਦੇਖੋ ਜਦੋਂ ਆਪਾਂ ਡੈਮੋਗ੍ਰਾਫਿਕ ਡਿਵੀਡੈਂਡ ਦੀ ਗੱਲ ਕਰਦੇ ਹਾਂ ਜਾਂ ਵਰਕਿੰਗ ਪੋਪੂਲੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਕੰਮ ਕਰ ਸਕਦੇ ਨੇ, ਠੀਕ ਹੈ, ਏਜ ਡਿਫਰ ਕਰਦੇ ਆਪਾਂ 15 to 49, 15 to 59 ਲੈ ਲੈਂਦੇ ਹਾਂ। ਜਿੰਨੇ ਵੀ ਲੋਕ ਕੰਮ ਕਰ ਰਹੇ ਨੇ ਜਾਂ ਕੰਮ ਕਰਨਾ ਚਾਹੁੰਦੇ ਨੇ ਜਾਂ ਓਵਰਆਲ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਮੈਂ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੀ ਹਾਂ। ਪਹਿਲਾਂ ਇੱਦਾਂ ਦੇ ਲੋਕ ਹੋਣਗੇ ਵਿਚ ਆਰ ਵਰਕਿੰਗ, ਠੀਕ ਹੈ, ਲਾਈਕ ਆਪਾਂ ਕਹਿ ਸਕਦੇ ਇੰਪਲੋਇਡ, ਜੋ ਆਲਰੇਡੀ ਕਿਸੇ ਨਾ ਕਿਸੇ ਚਾਹੇ ਪਬਲਿਕ ਪ੍ਰਾਈਵੇਟ ਕੰਟਰੈਕਟ ਬੇਸਡ ਕਿਸੇ ਵੀ ਤਰੀਕੇ ਨਾਲ ਜਿਹੜੇ ਕੰਮ ਕਰ ਰਹੇ ਜਿਹਨਾਂ ਕੋਲ ਇੰਪਲੋਇਮੈਂਟ ਹੈਗੀ ਹੈ, ਵਿਚ ਆਰ ਇੰਪਲੋਇਡ। ਦੂਸਰੇ ਹੋਣਗੇ ਵਿਚ ਆਰ ਵਿਲਿੰਗ ਟੂ ਵਰਕ, ਵਿਚ ਆਰ ਵਿਲਿੰਗ ਟੂ ਵਰਕ, ਪਰ ਉਹਨਾਂ ਨੂੰ ਹਾਲੇ ਕੰਮ ਮਿਲਿਆ ਨਹੀਂ, ਜੋ ਕੰਮ ਲੱਭ ਰਹੇ ਨੇ, ਰਾਈਟ, ਬਟ ਉਹਨਾਂ ਕੋਲ ਕੰਮ ਹੈ ਨਹੀਂ ਕਿਸੇ ਵੀ ਤਰੀਕੇ ਨਾਲ, ਜਾਂ ਤਾਂ ਜੋਬ ਹੀ ਹੈ ਨਹੀਂ ਜਾਂ ਫਿਰ ਜਿਹੜੀ ਉਹਨਾਂ ਨੂੰ ਜੋਬ ਚਾਹੀਦੀ ਹੈ ਉਹ ਹੈ ਨਹੀਂ ਜਾਂ ਫਿਰ ਜਿਹੜੀ ਸਕਿੱਲ ਰਿਕੁਆਇਰਮੈਂਟ ਆ ਉਹ ਪੂਰੀ ਨਹੀਂ ਕਰ ਰਹੇ, ਬਟ ਦੇ ਆਰ ਵਿਲਿੰਗ ਟੂ ਵਰਕ ਬਟ ਉਹਨਾਂ ਕੋਲ ਕੰਮ ਹੈਗਾ ਨਹੀਂ ਫਿਲਹਾਲ ਲਈ। ਥਰਡ ਹੋਣਗੇ ਵਿਚ ਆਰ not willing to work and are not working, ਠੀਕ ਹੈ। ਤਾਂ 3 ਕੈਟਾਗਰੀ ਦੇ ਵਿੱਚ ਲੋਕ ਆਉਣਗੇ। ਸਭ ਤੋਂ ਪਹਿਲਾਂ ਜਿਹੜੇ ਕੰਮ ਕਰਨਾ ਚਾਹੁੰਦੇ ਕਰ ਰਹੇ ਨੇ, ਦੂਸਰੇ ਜਿਹੜਾ ਕਰਨਾ ਚਾਹੁੰਦੇ ਨੇ ਬਟ ਹਾਲੇ ਕੰਮ ਮਿਲਿਆ ਨਹੀਂ, ਤੀਸਰੇ ਜਿਹੜਾ ਕੰਮ ਕਰਨਾ ਵੀ ਚਾਹੁੰਦੇ ਤੇ ਉਹਨੂੰ ਕੰਮ ਮਿਲਿਆ ਵੀ ਨਹੀਂ, ਠੀਕ ਹੈ। ਸੋ ਤੀਸਰੀ ਲਾਈਫ ਸੌਖੀ ਹੈ, ਰਾਈਟ। ਜਿਹੜੀ ਇਹ ਕੈਟਾਗਰੀ ਹੈ ਇਹ ਨਹੀਂ ਆਉਂਦੀ ਲੇਬਰ ਫੋਰਸ ਦੇ ਵਿੱਚ, ਠੀਕ ਹੈ। these 2 divisions ਮੇਕ ਦੀ ਲੇਬਰ ਫੋਰਸ। ਸੋ ਲੇਬਰ ਫੋਰਸ ਦੇ ਵਿੱਚ ਉਹ ਲੋਕ ਨਹੀਂ ਸਿਰਫ ਆਉਣਗੇ ਜਿਹੜੇ ਕੰਮ ਕਰ ਰਹੇ ਨੇ। ਲੇਬਰ ਫੋਰਸ ਦਾ ਮਤਲਬ ਕੀ ਹੈ? ਲੇਬਰ ਫੋਰਸ ਦੇ ਅੰਦਰ 2 ਤਰੀਕੇ ਦੇ ਲੋਕ ਆਪਣੇ ਕੋਲ ਆਉਂਦੇ ਆ। ਫਰਸਟ ਵਿਚ ਆਰ ਵਰਕਿੰਗ, ਜਿਹੜੇ ਇੰਪਲੋਇਡ ਨੇ, ਜਿਹੜੇ ਕੋਈ ਨਾ ਕੋਈ ਕਿੱਤਾ ਕਰ ਰਹੇ ਨੇ, ਉਹਨਾਂ ਕੋਲ ਰੋਜ਼ਗਾਰ ਹੈਗੇ। ਦੂਸਰੇ ਜਿਹੜੇ ਨੇ ਉਹ ਨਾ ਕੰਮ ਕਰਨਾ ਚਾਹੁੰਦੇ ਆ ਬਟ ਉਹਨਾਂ ਨੂੰ ਹਾਲੇ ਕੰਮ ਨਹੀਂ ਮਿਲਿਆ। ਦੋਹਾਂ ਨੂੰ ਮਿਲਾ ਕੇ ਆਪਾਂ ਲੇਬਰ ਫੋਰਸ ਮੰਨਦੇ ਹਾਂ। ਇਹ ਬਹੁਤ ਇੰਪੋਰਟੈਂਟ ਹੈ। ਬਹੁਤ ਵਾਰੀ ਬੱਚਿਆਂ ਨੂੰ ਲੱਗਦਾ ਹੈ, ਡਾਊਟਸ ਆਉਂਦੇ ਆ ਕਿ ਲੇਬਰ ਫੋਰਸ ਮਤਲਬ ਜਿਹੜੇ ਲੇਬਰ ਮਤਲਬ ਜੋ ਕੰਮ ਕਰ ਰਹੇ, ਨਹੀਂ। ਲੇਬਰ ਫੋਰਸ ਸਿੰਪਲੀ ਮੀਨਸ ਇੱਕ ਜਿਹੜੇ ਕੰਮ ਕਰ ਵੀ ਰਹੇ, ਜਿਹੜੇ ਕਰਨਾ ਚਾਹੁੰਦੇ ਨੇ, ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਕਰ ਵੀ ਨਹੀਂ ਰਹੇ ਉਹਨੂੰ ਆਪਾਂ ਲੇਬਰ ਫੋਰਸ ਦੇ ਵਿੱਚ ਕੰਸੀਡਰ ਨਹੀਂ ਕਰਦੇ, ਠੀਕ ਹੈ। ਇਹਨਾਂ ਦੋਹਾਂ ਨੂੰ ਮਿਲਾ ਕੇ ਆਪਣੇ ਕੋਲ ਕੀ ਆਊਗੀ? ਲੇਬਰ ਫੋਰਸ, ਠੀਕ ਹੈ ਜੀ। ਸੋ ਇੰਪੋਰਟੈਂਟ ਹੈ। ਦੂਸਰਾ ਪੁਆਇੰਟ ਆਪਾਂ ਸਮਝਣਾ ਹੈ ਦੈਟ ਇਜ਼ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ। ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਮਤਲਬ ਉਹੀ ਗੱਲ ਕਿ ਓਵਰਆਲ ਪੋਪੂਲੇਸ਼ਨ ਦੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਲੇਬਰ ਫੋਰਸ ਦਾ ਹਿੱਸਾ ਨੇ, ਠੀਕ ਹੈ। ਉਹ ਡੈਫੀਨੇਸ਼ਨ ਹੈ, ਇਹਨੂੰ ਆਪਾਂ ਇੱਦਾਂ ਲਿਖਦੇ ਹਾਂ ਲਾਈਕ ਲੇਬਰ ਫੋਰਸ ਹੁਣ ਤੁਸੀਂ ਸਮਝ ਚੁੱਕੇ ਹੋ। ਦੋਵੇਂ ਲੋਕ ਕੰਮ ਕਰ ਵੀ ਰਹੇ ਨੇ ਤੇ ਕੰਮ ਕਰਨਾ ਚਾਹੁੰਦੇ ਨੇ, ਕੰਮ ਮਿਲਿਆ ਨਹੀਂ, ਸਭ ਨੂੰ ਮਿਲਾ ਕੇ ਕੀ ਬਣ ਗਈ? ਲੇਬਰ ਫੋਰਸ। ਲੇਬਰ ਫੋਰਸ ਅਪੋਨ ਵਰਕਿੰਗ ਏਜ ਪੋਪੂਲੇਸ਼ਨ, ਠੀਕ ਹੈ। ਅੱਗੇ ਇਹਨੂੰ ਮਲਟੀਪਲਾਈ ਕੀਤਾ ਜਾਂਦਾ। ਨਾਟ ਗੋਇੰਗ ਟੂ ਫਾਰਮੂਲਾ, ਲੈਟਸ ਅੰਡਰਸਟੈਂਡ LFPR ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਹੈ ਕਿ ਲੇਬਰ ਫੋਰਸ ਡਿਵਾਈਡਡ ਬਾਈ ਵਰਕਿੰਗ ਏਜ ਪੋਪੂਲੇਸ਼ਨ। ਕਿੰਨੀ ਪੋਪੂਲੇਸ਼ਨ ਜਿਹਨੇ ਕੰਮ ਕਰ ਰਹੀ ਹੈ ਤੇ ਉਹਦੇ ਵਿੱਚੋਂ ਕਿੰਨੇ ਲੋਕ ਲੇਬਰ ਫੋਰਸ ਦਾ ਪਾਰਟ ਹੈਗੇ ਆ,
ਉਹ ਜਿਹੜੀ ਡੈਫੀਨੇਸ਼ਨ ਆ ਰੇਸ਼ੋ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਧਿਆਨ 'ਚ ਰੱਖਣਾ। ਅਗਰ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਵੱਧ ਰਿਹਾ ਇਹਦਾ ਮਤਲਬ ਹੈ ਕਿ ਅੱਛੀ ਗੱਲ ਹੈ, ਜਿਹੜੇ ਲੋਕ ਕੰਮ ਕਰ ਰਹੇ ਨੇ ਜਾਂ ਕੰਮ ਕਰਨਾ ਚਾਹ ਰਹੇ ਨੇ ਉਹ ਵੱਧ ਰਹੇ ਨੇ। ਹਾਂ ਓਵਰਆਲ ਇਹ ਫਾਇਦਾ ਹੋਏਗਾ ਨਹੀਂ ਹੋਏਗਾ ਉਹ ਆਪਾਂ ਕਹਿ ਨਹੀਂ ਸਕਦੇ, ਕਿਉਂ? ਕਿਉਂਕਿ ਲੇਬਰ ਫੋਰਸ ਆਪਾਂ ਨੂੰ ਇਹ ਨਹੀਂ ਪਤਾ ਕਿਹੜੇ ਲੋਕ ਵੱਧ ਰਹੇ ਨੇ। ਉਹ ਲੇਬਰ ਫੋਰਸ ਵਿੱਚ ਦੋਨੇ ਆ ਰਹੇ ਨੇ, ਕੰਮ ਕਰਨ ਵਾਲੇ ਵੀ ਤੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਬਟ ਰੋਜ਼ਗਾਰ ਹਾਲੇ ਮਿਲਿਆ ਨਹੀਂ। ਇਹ ਵੀ ਹੋ ਸਕਦਾ ਕਿ ਉਹ ਲੋਕ ਵੱਧ ਗਏ ਜਿਹੜੇ ਰੋਜ਼ਗਾਰ ਲੈਣਾ ਚਾਹੁੰਦੇ ਆ ਬਟ ਮਿਲਿਆ ਨਹੀਂ, ਤਾਂ ਵੀ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਵੱਧ ਜਾਏਗਾ। ਮਤਲਬ ਗੁੱਡ ਇੱਦਾਂ ਨਹੀਂ ਕਹਿ ਸਕਦੇ ਕਿ ਉਦੋਂ ਆਪਾਂ ਤੁਹਾਨੂੰ ਪ੍ਰੋਪਰ ਪਤਾ ਚੱਲ ਜਾਏਗਾ ਕਿ ਬਈ ਰੋਜ਼ਗਾਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਬਟ ਇੱਕ ਅੰਦਾਜ਼ਾ ਲੱਗ ਸਕਦਾ। ਤਾਂ ਬੈਟਰ ਕੀ ਰਹੇਗਾ, ਇੱਕ ਆਪਣੇ ਕੋਲ ਦੂਸਰੀ ਟਰਮ ਹੈ that is ਇੱਕ ਆਪਣੇ ਕੋਲ ਨਾ ਅਨਇੰਪਲੋਇਮੈਂਟ ਰੇਟ, ਠੀਕ ਹੈ ਅਨਇੰਪਲੋਇਮੈਂਟ ਰੇਟ। ਹੁਣ ਅਨਇੰਪਲੋਇਮੈਂਟ ਰੇਟ ਦੇ ਵਿੱਚ ਕੀ ਆਏਗਾ, ਲੇਬਰ ਫੋਰਸ ਦੇ ਵਿੱਚ ਕਿਹੜੇ ਕਿਹੜੇ ਸੀਗੇ ਜਿਹੜੇ ਕੰਮ ਕਰ ਵੀ ਨੇ ਜਿਹੜੇ ਕੰਮ ਕਰ ਨਹੀਂ ਰਹੇ, ਮਤਲਬ ਇੰਪਲੋਇਡ ਵੀ ਤੇ ਅਨਇੰਪਲੋਇਡ ਵੀ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੇਬਰ ਫੋਰਸ ਦੇ ਵਿੱਚੋਂ ਕਿੰਨੇ ਲੋਕ ਹਾਲੇ ਅਨਇੰਪਲੋਇਡ ਨੇ, ਠੀਕ ਹੈ ਅਨਇੰਪਲੋਇਡ डिवाइडेड बाय लेबर फोर्स, ठीक है ध्यान च रखना है। ये कितना कितने ज़्यादा बैटर तरीका हो सकता है वो किदा, बिकॉज ये तुहानूं की पता लग रहा कि लेबर फोर्स जिहड़े लोग काम करना चाह रहे हैं उहदे किन्ने हिस्से चों जिहड़े लोगों नूं काम नहीं मिलिया ते किन्ना मिल गया। सो किन्ने लोग लेबर फोर्स विचों किन्ने अनइंपलॉयड ने उहदे नाल आपां नूं ज़्यादा अंदाज़ा ला सकदा कि ओवरऑल ग्रोथ किवें हुई है, लेबर फोर्स ही हुई है या किद्दां हुई है, ठीक है। सो अगर अनइंपलॉयमेंट रेट घट रहा है, अगर अनइंपलॉयमेंट रेट घट रहा उत्थों थोड़ा जिहा क्लीयर होएगा कि ठीक है मतलब कि हुण लेबर फोर्स दे विच जिहड़े लोग ने वो वाले ज़्यादा ने जिन्हां नूं काम मिलिया होया है, ठीक है। तो अनइंपलॉयमेंट रेट दा घटना ज़्यादा प्रभावित होएगा रेदर देन लेबर फोर्स पार्टिसिपेशन रेट दा वधना। ये गल ध्यान च रखियो, ठीक है। ओवरऑल अच्छी गल है कि भाई लेबर फोर्स पार्टिसिपेशन रेट भी वधे तो अनइंपलॉयमेंट रेट घटे, ये बेस्ट सिनेरियो होएगा, ये तो ध्यान च रखना। एक होर अपने कोल रेशो है वर्कर पॉपुलेशन रेशो, वर्कर या वर्किंग पॉपुलेशन रेशो। ये सिर्फ वो लोग होंगे जोड़े काम कर रहे हैं, ठीक है जस्ट एम्पलॉयड डिवाइडेड बाय वर्किंग एज पॉपुलेशन। ये भी अच्छी चीज़ होएगी कि पॉपुलेशन के विचों कितने लोग काम कर रहे हैं वो की हो गया अपनी वर्किंग पॉपुलेशन रेशो, ठीक है। सो प्लीज़ अंडरस्टैंड ये तिन्ने जिहड़ियां टर्म्स ने बहुत इंपॉर्टेंट ने। लेबर फोर्स पार्टिसिपेशन रेट, ठीक है लेबर फोर्स मतलब काम करने वाले तो काम करना चाहने वाले बट काम मिलया नहीं उन्होंने डिवाइड कर दो जिन्नी भी वर्किंग एज पॉपुलेशन है वो तो आ जाऊगा लेबर फोर्स पार्टिसिपेशन रेट। अगर ये वध रहा तो अच्छी गल है, ठीक है। अगर इंप्लॉयमेंट रेट है अनइंप्लॉयमेंट रेट मतलब किन्ने लोग बेरोजगार ने, यह होंगे कि किन्ने लोग बेरोजगार ने लेबर फोर्स चो। जे यह घट रहा है तो मतलब कितना कितने जी बेरोजगारी घट रही है, लोगों को काम वध मिल रहा, सो यदा घटना अच्छी गल होएगी। वर्किंग पॉपुलेशन रेशियो में सिर्फ और सिर्फ कोई लेबर फोर्स की गल नहीं हो रही, सिर्फ वो लोग जो काम कर रहे हैं उन्होंने किन्नी रेशियो है जो आपको कंपेयर करना है टोटल वर्किंग एज पॉपुलेशन के नाल, ठीक है उन्हें बोलते हैं वर्किंग एज पॉपुलेशन। अगर यह बढ़ेगी तो भी यह चंगी गल होएगी, ठीक है। तिन्ने टर्म्स बहुत इंपॉर्टेंट ने, अगेन आई एम रिपीटिंग फॉर मेन्स एज वेल एज प्रीलिम्स, ठीक है ध्यान वाली चीज़ां करनियां ने। हुण आप समझ सकते हैं कि बई ये कहना की चाह रहे हैं, ठीक है लेट्स सी। सो कहने पंजाब दे विच जिहड़ा लेबर फोर्स पार्टिसिपेशन रेट है दैट हैज़ इंक्रीज्ड, ठीक है दैट हैज़ इंक्रीज्ड, ठीक है 55.5%, 2.2% इंक्रीज देखने को मिले 2022 नालों 2024 दे विच। अच्छी गल है, जिवें पहला कहा लेबर फोर्स पार्टिसिपेशन रेट वध रहा, इसका मतलब वो लोग जो काम कर रहे हैं तो काम करना चाहते हैं जी उन्होंने रेशियो है वो वध रही है विच इज़ अ गुड थिंग, ठीक है। अच्छा जी वर्कर पॉपुलेशन रेशो मैं की गल दसी सी, वर्कर दे विच मतलब सिर्फ जो काम कर रहे हैं हुण जो सिर्फ काम कर रहे हैं अगर उन्होंने रेशो भी वध रही है वो भी चंगी गल है। तो बई वो भी अपन इनक्रीज देखने को मिला 52% है तो लेबर फोर्स पार्टिसिपेशन रेट 55% है, थोड़ा ध्यान च रख लियो इधर दी गल्लां आपां मेन च लिख के आने। हाँ जी एट दी नेशनल लेवल की गल करा, अगर मैं इंडिया लेवल की गल करा उत्थे भी तुसी लेबर फोर्स पार्टिसिपेशन रेट दे विच ते वर्कर पॉपुलेशन रेशो दे विच तुसी इनक्रीज देखोगे बाय 2.2% विच इज़ ऑलमोस्ट सेम एज पंजाब एंड इट्स अ गुड थिंग। नेशनल लेवल पर भी तो पंजाब लेवल पर दोहां की तुहानूं जिहड़ा रेशो आ वो इनक्रीज होंदी दिखूगी विच इज़ अगेन अ वेरी गुड पॉइंट। हाँ जी अगे आपां गल करदे हां
ਗਵਰਨਮੈਂਟ ਇਨੀਸ਼ੀਏਟਿਵਸ, ਅੱਛਾ ਹੁਣ ਇਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਅਗਰ ਇੰਪਲੋਇਮੈਂਟ ਵਧੀ ਹੈ, ਮਤਲਬ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਦਾ ਵਧਣਾ ਜਾਂ ਵਰਕਰ ਪੋਪੂਲੇਸ਼ਨ ਰੇਟ ਦਾ ਵਧਣਾ ਕੀ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਇੰਪਲੋਇਮੈਂਟ ਵਧੀ ਹੈ। ਹੁਣ ਇੰਪਲੋਇਮੈਂਟ ਵਧੀ ਹੈ, ਉਹਦੇ ਵਿੱਚ ਕੁਛ ਗਵਰਨਮੈਂਟ ਦੇ ਵੀ ਜਿਹੜਾ ਯੋਗਦਾਨ ਹੈ ਉਹ ਰਿਹਾ। ਉਹਨਾਂ ਨੇ ਮੈਂਸ਼ਨ ਕੀਤਾ ਕਿ ਕਾਫੀ ਸਕਿੱਲ ਡਿਵੈਲਪਮੈਂਟ ਸਕੀਮਸ ਨੇ ਪੰਜਾਬ ਸਰਕਾਰ ਦੀਆਂ, ਠੀਕ ਹੈ। ਇਹਨਾਂ ਨੇ ਕਿਹਾ ਕਿ ਕਾਫੀ ਜ਼ਿਆਦਾ ਹੈਲਥ ਸੈਕਟਰ ਸਕਿੱਲ ਡਿਵੈਲਪਮੈਂਟ ਸੈਂਟਰਸ ਖੋਲ੍ਹੇ ਹੋਏ ਨੇ ਜਿਹਦੇ ਹੈਲਥ ਦੇ ਰਿਲੇਟਡ ਲੋਕਾਂ ਨੂੰ ਟ੍ਰੇਨ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਆਪਣਾ ਕਿੱਤਾ ਸ਼ੁਰੂ ਕਰ ਸਕਦੇ ਨੇ। ਉਹਦੇ ਬਿਨਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਸਰਵਿਸਿਜ਼ ਨੇ ਪ੍ਰੈਪਰੇਟਰੀ ਇੰਸਟੀਟਿਊਟ ਹੈ ਜਿੱਥੇ ਆਰਮਡ ਫੋਰਸਿਸ ਵਾਸਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਐਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ। ਸੋ ਕਿਤੇ ਨਾ ਕਿਤੇ ਬੈਟਰ ਇੰਪਲੋਇਮੈਂਟ ਲਈ ਜਿਹੜੇ ਪੰਜਾਬ ਸਰਕਾਰ ਹੈ ਉਹ ਕਾਫੀ ਜਿਹੜੇ ਸਟੈਪਸ ਨੇ ਉਹ ਲੈ ਰਹੀ ਹੈ, ਜਿਹਦੇ ਕਰਕੇ ਆਪਾਂ ਨੂੰ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਦੇ ਵਰਕਰ ਪੋਪੂਲੇਸ਼ਨ ਰੇਸ਼ੋ ਦੇ ਵਿੱਚ ਜਿਹੜਾ ਵਾਧਾ ਹੈ ਉਹ ਦੇਖਣ ਨੂੰ ਮਿਲਿਆ ਹੈ। ਇਹ ਆਪਾਂ ਨੂੰ ਇਕਨੋਮਿਕ ਸਰਵੇ ਨੇ ਦੱਸਿਆ। ਉਹਦੇ ਬਿਨਾਂ ਅਨਇੰਪਲੋਇਮੈਂਟ ਰੇਟ, ਬੇਰੁਜ਼ਗਾਰ ਜਿਹੜਾ ਰੇਟ ਹੈ ਉਹ ਘਟਿਆ ਬਾਈ 1.4%, ਅਗੇਨ ਵਿਚ ਇਜ਼ ਵੈਰੀ ਗੁੱਡ। ਅਗਰ ਮੈਂ ਨੈਸ਼ਨਲ ਲੈਵਲ ਦੀ ਗੱਲ ਕਰਾਂ, ਨੈਸ਼ਨਲ ਲੈਵਲ 'ਤੇ ਜਿਹੜਾ ਅਨਇੰਪਲੋਇਮੈਂਟ ਰੇਟ ਆ ਦੈਟ ਇਜ਼ ਸੇਮ, ਉਹਦੇ ਵਿੱਚ ਕੁਛ ਖਾਸ ਚੇਂਜ ਦੇਖਣ ਨੂੰ ਨਹੀਂ ਮਿਲਿਆ। But Punjab is at good point because we have witnessed a decrease in unemployment rate, which is again a good point because ਕਿਤੇ ਨਾ ਕਿਤੇ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਉਹ ਘਟੀ ਹੈ, ਠੀਕ ਹੈ। ਸੋ ਇਹ ਗੱਲਾਂ ਤੁਸੀਂ ਧਿਆਨ 'ਚ ਰੱਖਣੀਆਂ ਨੇ, ਇਹਨਾਂ ਨੇ ਯੂਜ਼ ਕਰਨਾ ਹੈ ਬਈ। ਚਲੋ ਅੱਗੇ ਚੱਲਦੇ ਹਾਂ ਫਿਰ ਆਪਾਂ। ਅਗਰ ਆਪਾਂ ਹੁਣ ਅਨਇੰਪਲੋਇਮੈਂਟ ਦੀ ਗੱਲ ਕਰੀਏ, ਕੰਪੇਅਰ ਕਰਦੇ ਹਾਂ ਰੂਰਲ ਅਤੇ ਅਰਬਨ ਏਰੀਏ ਨੂੰ, ਪਿੰਡਾਂ ਅਤੇ ਸ਼ਹਿਰਾਂ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਕਿੱਦਾਂ, ਤੁਸੀਂ ਖੁਦ ਸਿਆਣੇ ਹੋ। ਲਾਈਕ ਇਹ ਚੀਜ਼ ਤੁਸੀਂ ਕਿਤੇ ਸਮਝ ਸਕਦੇ ਹੋ ਕਿ ਜਿਹੜੀ ਅਨਇੰਪਲੋਇਮੈਂਟ ਹੈ ਉਹ ਪਿੰਡਾਂ 'ਚ ਵੱਧ ਹੋਏਗੀ ਸ਼ਹਿਰਾਂ ਨਾਲੋਂ, ਸ਼ਹਿਰਾਂ 'ਚ ਓਪਰਚੁਨਿਟੀਆਂ ਵੱਧ ਨੇ, ਠੀਕ ਹੈ। ਸੋ ਇਹੀ ਗੱਲ ਆਪਾਂ ਨੂੰ ਇਕਨੋਮਿਕ ਸਰਵੇ ਨੇ ਬੋਲੀ ਹੈ ਕਿ ਬਈ ਬਿਲਕੁਲ ਸਹੀ, ਜਿਹੜਾ ਅਨਇੰਪਲੋਇਮੈਂਟ ਰੇਟ ਹੈ, ਬੇਰੁਜ਼ਗਾਰੀ ਹੈ ਨਾ, ਉਹ ਰੂਰਲ ਪੰਜਾਬ ਦੇ ਵਿੱਚ ਕਿੰਨੀ ਹੈ 5.6% ਅਤੇ ਅਰਬਨ ਪੰਜਾਬ ਦੇ ਵਿੱਚ 5.4%। ਬਹੁਤ ਜ਼ਿਆਦਾ ਫਰਕ ਨਹੀਂ ਹੈ, ਪਰ ਜ਼ਿਆਦਾ ਬੇਰੁਜ਼ਗਾਰੀ ਤੁਹਾਨੂੰ ਪਿੰਡਾਂ ਵਿੱਚ ਦੇਖਣ ਨੂੰ ਮਿਲੇਗੀ, ਠੀਕ ਹੈ ਜੀ। ਐਂਡ ਯੈਸ ਲੇਬਰ ਓਕੇ ਹਾਇਰ ਇਨ ਰੂਰਲ ਏਰੀਆ ਦੈਨ ਅਰਬਨ, ਯੈਸ। ਅਗਰ ਆਪਾਂ ਲੇਬਰ ਫੋਰਸ ਪਾਰਟੀਸਪੇਸ਼ਨ ਦੀ ਰੇਟ ਦੀ ਗੱਲ ਕਰੀਏ, ਵਰਕਿੰਗ ਏਜ ਪੋਪੂਲੇਸ਼ਨ ਦੀ ਗੱਲ ਕਰੀਏ, ਉਹ ਵੀ ਤੁਹਾਨੂੰ ਵੱਧ ਕਿੱਥੇ ਮਿਲੂਗੀ, ਰੂਰਲ ਏਰੀਆ ਦੇ ਵਿੱਚ ਹੀ ਮਿਲੂਗੀ, ਠੀਕ ਹੈ। ਬਟ ਅਗਰ ਮੈਂ ਓਵਰਆਲ ਅਨਇੰਪਲੋਇਮੈਂਟ ਦੀ ਗੱਲ ਕਰਾਂ, ਉਹ ਵੀ ਜ਼ਿਆਦਾ ਕਿੱਥੇ ਹੈ, ਪਿੰਡਾਂ ਦੇ ਵਿੱਚ ਹੈ। ਇਹ ਗੱਲ ਧਿਆਨ 'ਚ ਰੱਖਣੀ ਹੈ। ਇੱਥੇ ਇਹਨਾਂ ਨੇ ਡਾਟਾ ਦਿੱਤਾ ਹੈ, ਲਾਈਕ ਚੇਂਜ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈ, ਬਟ ਬਸ ਅੰਦਾਜ਼ਾ ਰੱਖਿਓ ਕਿ ਅਗਰ ਮੈਂ ਲੇਬਰ ਫੋਰਸ ਪਾਰਟੀਸਪੇਸ਼ਨ ਦੀ ਰੇਟ ਦੀ ਗੱਲ ਕਰਾਂ, ਵਰਕਿੰਗ ਏਜ ਪੋਪੂਲੇਸ਼ਨ ਦੀ ਰੇਟ ਕਰਾਂ ਜਾਂ ਅਨਇੰਪਲੋਇਮੈਂਟ ਰੇਟ, ਸਭ ਦੇ ਵਿੱਚ ਚੰਗਾ ਹੀ ਚੇਂਜ ਦੇਖਣ ਨੂੰ ਮਿਲਿਆ। ਚੰਗਾ ਕਿਵੇਂ? ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਵਧਣਾ ਚਾਹੀਦਾ ਹੈ, ਵਰਕਿੰਗ ਪੋਪੂਲੇਸ਼ਨ ਰੇਸ਼ੋ ਵੀ ਵਧਣੀ ਚਾਹੀਦੀ ਹੈ, ਅਨਇੰਪਲੋਇਮੈਂਟ ਰੇਟ ਘਟਣਾ ਚਾਹੀਦਾ ਹੈ, ਉਹੀ ਦੇਖਣ ਨੂੰ ਮਿਲਿਆ। ਚਾਹੇ ਪਿੰਡਾਂ ਦੀ ਗੱਲ ਕਰ ਲਓ, ਚਾਹੇ ਸ਼ਹਿਰਾਂ ਦੀ ਗੱਲ ਕਰ ਲਓ। ਸ਼ਹਿਰਾਂ 'ਚ ਥੋੜ੍ਹਾ ਘੱਟ ਫਰਕ ਹੈ, ਪਿੰਡਾਂ 'ਚ ਉਹਦੇ ਕੰਪੈਰੇਟਿਵਲੀ ਜ਼ਿਆਦਾ ਡਿਵਲਪਮੈਂਟ ਦੇਖਣ ਨੂੰ ਮਿਲੀ ਆ। ਬਟ ਓਵਰਆਲ ਰਿਜ਼ਲਟ ਕੀ ਹੈ ਕਿ ਸਟਿਲ ਅਨਇੰਪਲੋਇਮੈਂਟ ਰੇਟ ਜਿਹੜਾ ਪੰਜਾਬ ਦੇ ਪਿੰਡਾਂ ਵਿੱਚ ਹੈ ਉਹ ਜ਼ਿਆਦਾ ਹੈ, ਬੇਰੁਜ਼ਗਾਰੀ ਹਾਲੇ ਵੀ ਉੱਥੇ ਜ਼ਿਆਦਾ ਹੈ, ਜੋ ਇਕਨੋਮਿਕ ਸਰਵੇ ਨੇ ਆਪਾਂ ਨੂੰ ਅਨੈਲਿਸਿਸ ਕਰਕੇ ਦਿੱਤਾ ਹੈ। ਹੋਪ ਇਹ ਚੀਜ਼ ਆਪਾਂ ਨੂੰ ਸਭ ਨੂੰ ਕਲੀਅਰ ਹੋ ਗਈ ਹੋਏਗੀ, ਠੀਕ ਹੈ ਜੀ। ਤਾਂ ਧਿਆਨ 'ਚ ਰੱਖਿਓ, ਇੱਥੋਂ ਕੁਐਸਚਨ ਬਣ ਸਕਦੇ ਆ। ਅਗਰ ਆਪਾਂ ਮੇਲ ਅਤੇ ਫੀਮੇਲ ਦੀ ਗੱਲ ਕਰੀਏ, ਠੀਕ ਹੈ, ਅਗਰ ਆਪਾਂ ਮਰਦ ਅਤੇ ਔਰਤ ਦੀ ਗੱਲ ਕਰੀਏ ਕਿ ਵੀ ਉਹਨਾਂ ਵਿੱਚੋਂ ਵੀ ਜ਼ਿਆਦਾ ਕੰਮਕਾਰ ਕੌਣ ਕਰ ਰਿਹਾ, ਅਤੇ ਤੁਹਾਡੇ ਸਾਹਮਣੇ ਹੀ ਇਹ ਚੀਜ਼ਾਂ ਕਿ ਮੇਲ ਦਾ ਜਿਹੜਾ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਹੈ ਵੱਧ ਹੈ ਫੀਮੇਲ ਨਾਲੋਂ। ਜ਼ਿਆਦਾ ਲੋਕ ਜਿਹੜੇ ਕੰਮ ਕਰਦੇ ਨੇ ਉਹ ਮੇਲ ਨੇ, ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ। ਸੋ ਅਗਰ ਆਪਾਂ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਦੀ ਗੱਲ ਕਰੀਏ ਗਰਲਸ ਦੇ ਕੇਸ ਦੇ ਵਿੱਚ, ਫੀਮੇਲ ਦੇ ਕੇਸ ਦੇ ਵਿੱਚ, ਦੈਟ ਇਜ਼ 31.1%। 31% ਦੇ ਅਰਾਊਂਡ ਵੂਮੈਨ ਨੇ ਉਹ ਕੰਮ ਕਰਦੀਆਂ ਨੇ। ਅਗਰ ਮੈਂ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਦੀ ਗੱਲ ਕਰਾਂ ਮੇਲ ਦੇ ਵਿੱਚ, ਦੈਟ ਇਜ਼ 79.8%, ਲਾਈਕ 2.5 ਗੁਣਾ ਵੱਧ, ਠੀਕ ਹੈ। ਔਰਤਾਂ ਨਾਲੋਂ ਜਿਹੜੇ ਮਰਦ ਨੇ ਉਹ 2.5% ਕੰਮ ਜ਼ਿਆਦਾ ਕਰਦੇ ਆ, ਲਾਈਕ ਜ਼ਿਆਦਾ ਪਾਰਟ ਨੇ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਦਾ, ਵਿਚ ਇਜ਼ ਨੋਟ, ਆਈ ਐਮ ਨੋਟ ਸੇਇੰਗ ਦੈਟ ਇਜ਼ ਨੋਟ ਗੁੱਡ, ਵਿਚ ਇਜ਼ ਨੋਟ ਇਕੁਅਲ, ਠੀਕ ਹੈ। ਚਲੋ ਜੀ, ਇਹੀ ਜੈਂਡਰ ਗੈਪ ਤੁਹਾਨੂੰ ਲੇਬਰ ਫੋਰਸ ਪਾਰਟੀਸਪੇਸ਼ਨ ਰੇਟ ਜਿਹੜਾ ਮਿਲਿਆ ਉਹੀ ਤੁਹਾਨੂੰ ਵਰਕਿੰਗ ਪੋਪੂਲੇਸ਼ਨ ਰੇਸ਼ੋ ਦੇ ਵਿੱਚ ਮਿਲੇਗਾ। ਮਤਲਬ ਲੇਬਰ ਫੋਰਸ ਦੇ ਵਿੱਚ ਵੀ ਜ਼ਿਆਦਾ ਕੌਣ ਨੇ, ਮਰਦ ਨੇ, ਅਤੇ ਅਗਰ ਮੈਂ ਕੰਮ ਕਰਨ ਵਾਲੇ ਦੀ ਗੱਲ ਕਰਾਂ ਇੰਪਲੋਇਡ, ਉਹ ਵੀ ਵੱਧ ਕਿਹੜੇ ਨੇ, ਮੇਲ ਨੇ, ਠੀਕ ਹੈ ਜੀ। ਸੋ ਅੱਛਾ ਹੁਣ ਅਨਇੰਪਲੋਇਮੈਂਟ ਰੇਟ, ਬੇਰੁਜ਼ਗਾਰੀ ਨੋਰਮਲ ਜੀ ਗੱਲ ਆ, ਫਿਰ ਬੇਰੁਜ਼ਗਾਰੀ ਕਿੱਧਰ ਵੱਧ ਹੋਏਗੀ, ਫੀਮੇਲ ਸਾਈਡ ਹੋਏਗੀ, ਠੀਕ ਹੈ। ਤਾਂ ਫੀਮੇਲ ਸਾਈਡ ਕਿੰਨੀ ਹੈ ਅਨਇੰਪਲੋਇਮੈਂਟ ਰੇਟ 6.9%, ਮੇਲ ਸਾਈਡ ਕਿੰਨੀ ਹੈ 4.9%, ਵਿਚ ਇਜ਼ ਜੈਂਡਰ ਇਨਇਕੁਐਲਿਟੀ, ਵਿਚ ਇਜ਼ ਨੋਟ ਗੁੱਡ। ਇਹਦੇ ਫੈਕਟਰਸ ਬਹੁਤ ਨੇ, ਰੀਜ਼ਨਸ ਬਹੁਤ ਨੇ, ਉਹਦੇ ਆਪਾਂ ਫੁੱਲ ਡਿਸਕਸ਼ਨ ਕਰ ਸਕਦੇ ਹਾਂ। ਵੀ ਵਿਲ ਡੂ ਟਾਕ ਅਬਾਊਟ ਦੈਟ ਆਲਸੋ ਜਦ ਆਪਾਂ ਹਿਊਮਨ ਡਿਵੈਲਪਮੈਂਟ ਦੀ ਗੱਲ ਕਰਾਂਗੇ, ਬਟ ਇੱਥੇ ਸਿਰਫ ਆਪਾਂ ਡਾਟਾ ਨੂੰ ਕੰਸੀਡਰ ਕਰ ਰਹੇ ਹਾਂ, ਬਾਕੀ ਸਾਰੇ ਡਿਸਕਸ਼ਨਸ ਆਪਾਂ ਇਸ ਟੌਪਿਕ 'ਤੇ ਕਰਨੀਆਂ ਨੇ, ਠੀਕ ਹੈ ਜੀ। ਬਾਕੀ ਇਹਨਾਂ ਨੇ ਡਾਟਾ ਦਿੱਤਾ ਹੈ ਐਗਰੀਕਲਚਰ, ਮੈਨੂਫੈਕਚਰਿੰਗ ਅਤੇ ਕੰਸਟਰਕਸ਼ਨ ਦਾ, ਕਿ ਕਿੰਨੇ ਲੋਕ ਪਾਰਟੀਸਪੇਟ ਕਰਦੇ ਆ ਪੰਜਾਬ ਦੇ ਵਿੱਚ। ਅਗਰ ਆਪਾਂ ਦੇਖੀਏ ਐਗਰੀਕਲਚਰ 'ਚ 27%, ਆਪਾਂ ਪਹਿਲਾਂ ਵੀ ਦੇਖੀ ਗੱਲ, ਮੈਨੂਫੈਕਚਰਿੰਗ ਵਿੱਚ 18% ਅਤੇ ਕੰਸਟਰਕਸ਼ਨ ਵਿੱਚ 13% ਨੇ। ਅਗਰ ਮੈਂ ਗੱਲ ਕਰਾਂ ਨੈਸ਼ਨਲ ਲੈਵਲ ਦੀ, ਸਭ ਤੋਂ ਵੱਧ ਰੋਜ਼ਗਾਰ ਕਿੱਥੇ ਹੈ, ਐਗਰੀਕਲਚਰ 'ਚ ਹੈ, ਅਤੇ ਥਰਡ ਲਾਰਜੈਸਟ
ਜਿਹੜੀ ਇੰਪਲੋਇਮੈਂਟ ਆ ਉਹ ਮੈਨੂਫੈਕਚਰਿੰਗ ਸੈਕਟਰ ਦਿੰਦਾ, ਸੈਕਿੰਡ ਲਾਰਜੈਸਟ ਕੌਣ ਦਿੰਦੀ ਆ, ਕੰਸਟਰਕਸ਼ਨ ਦਿੰਦੀ ਆ। ਲਾਈਕ ਇੱਥੇ ਜ਼ਿਆਦਾਤਰ ਉਹ MSMEs ਦਾ ਰਹਿੰਦਾ। ਸੋ ਦੈਟਸ ਦ ਡਾਟਾ, ਯੂ ਕੈਨ ਜਸਟ ਰਿਮੈਂਬਰ to use it as a further point in your answers. Okay, ਹੁਣ ਆਪਾਂ ਗੱਲ ਕਰਦੇ ਹਾਂ ਯੂਥ ਇੰਪਲੋਇਮੈਂਟ ਦੀ। ਠੀਕ ਹੈ, ਯੂਥ ਦਾ ਰੁਜ਼ਗਾਰ ਦਾ ਕੀ ਹਿਸਾਬ ਕਿਤਾਬ ਹੈ। ਯੂਥ ਆਪਾਂ ਕੀ ਮੰਨਦੇ ਹਾਂ, 15 ਤੋਂ 29 ਸਾਲ ਦੇ ਵਿੱਚ, ਮਤਲਬ ਜਿਸ ਕੈਟਾਗਰੀ 'ਚ ਆਪਾਂ ਸਾਰੇ ਆਉਂਦੇ ਹਾਂ, ਵੀ ਬਿਲੋਂਗ ਟੂ 15 to 29 years of age। ਸੋ ਆਪਾਂ ਯੂਥ ਇੰਪਲੋਇਮੈਂਟ ਦੇ ਵਿੱਚ ਆਉਂਦੇ ਹਾਂ। ਅਗਰ ਆਪਾਂ ਯੂਥ ਇੰਪਲੋਇਮੈਂਟ ਦੀ ਗੱਲ ਕਰੀਏ, ਯੂਥ ਰੋਜ਼ਗਾਰ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲਿਆ। ਠੀਕ ਹੈ, ਫਰੋਮ 18% to 19%, 1% ਰਾਈਜ਼ ਹੋਇਆ 2022 ਤੋਂ ਲੈ ਕੇ 2024 ਤੱਕ। ਅਗੇਨ ਅ ਗੁੱਡ ਥਿੰਗ। ਇੱਥੇ ਅਗਰ ਮੈਂ ਯੂਥ ਦੇ ਵਿੱਚ ਤਾਂ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਸਮੇਂ ਬੀਤ ਗਏ, ਪਹਿਲਾਂ ਕਿਵੇਂ ਵੀ ਸੀਗਾ ਮੇਲ ਫੀਮੇਲ, ਅੱਜ ਕੱਲ੍ਹ ਬਹੁਤ ਲੋਕ ਐਡਵਾਂਸ ਨੇ, ਆਪਾਂ ਗੱਲ ਮੰਨਦੇ ਹਾਂ। ਅਗਰ ਮੈਂ ਅੱਜ ਦੇ ਟਾਈਮ ਯੂਥ ਇੰਪਲੋਇਮੈਂਟ ਦੇ ਅੰਦਰ ਦੇਖਾਂਗੇ ਮੇਲ ਫੀਮੇਲ ਦਾ ਕੀ ਸਪਲਿਟ ਆ, ਉਹਦੇ ਵਿੱਚ ਆਪਾਂ ਦੇਖਾਂਗੇ ਕਿ ਫੀਮੇਲ ਇੰਪਲੋਇਮੈਂਟ ਫੀਮੇਲ ਜਿਹੜਾ ਰੁਜ਼ਗਾਰ ਆ ਉਹ ਅਨਚੇਂਜਡ ਆ, ਬਟ ਤੁਹਾਨੂੰ 15% ਤੋਂ 17% ਇਨਕਰੀਜ਼ ਦੇਖਣ ਨੂੰ ਮਿਲਿਆ ਮੇਲ ਦੇ ਵਿੱਚ। ਠੀਕ ਹੈ, ਸੋ ਇਹ ਹਵਾਈ ਗੱਲਾਂ ਨਹੀਂ ਹੈਗੀਆਂ, ਰੂਟਸ ਗ੍ਰਾਸ ਰੂਟ ਲੈਵਲ 'ਤੇ ਪ੍ਰੋਬਲਮਸ ਹੈਗੀਆਂ ਨੇ ਜੋ ਤੁਹਾਨੂੰ ਡਾਟਾ ਦੱਸ ਰਿਹਾ। ਰਾਈਟ, ਆਈ ਐਮ ਨੋਟ ਸੇਇੰਗ ਦੈਟ ਗਰਲਸ ਆਰ ਨੋਟ ਲਾਈਕ ਦੇ ਆਰ ਨੋਟ ਗਿਵਨ ਚਾਂਸਿਸ ਟੂ ਸਟੱਡੀ, ਦੇ ਆਰ। ਠੀਕ ਹੈ, ਅੱਜ ਕੱਲ੍ਹ ਕੋਈ ਪਿੱਛੇ ਨਹੀਂ ਹੈ, ਮੁੰਡੇ ਕੁੜੀਆਂ ਬਰਾਬਰ ਨੇ, ਸਭ ਵਧੀਆ। ਠੀਕ ਹੈ, ਉਹਨਾਂ ਨੂੰ ਵੀ ਪ੍ਰੋਪਰ ਮੌਕਾ ਦਿੱਤਾ ਜਾ ਰਿਹਾ ਹੈ। ਸਟਿਲ ਜਿਹੜੇ ਚੇਂਜਸ ਨੇ ਉਹ ਇਹੀ ਕਹਿ ਰਹੇ ਨੇ ਕਿ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਠੀਕ ਹੈ, ਸੇਮ ਚੀਜ਼ ਨੇ ਇੱਥੇ ਸ਼ੋ ਕੀਤੀ ਹੈ ਕਿ ਫੀਮੇਲ ਅਨਇੰਪਲੋਇਮੈਂਟ ਰੇਟ ਜਿਹੜਾ ਹੈਗਾ ਉਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਮੇਲ। ਅੱਛਾ ਜੀ, ਅੱਗੇ ਤੁਹਾਡੇ ਕੋਲ ਸਕੀਮਸ ਨੇ ਬਈ, ਸਕੀਮਸ ਨੇ ਕਿ ਅਨਇੰਪਲੋਇਮੈਂਟ ਨੂੰ ਬੈਟਰ ਕਰਨ ਵਾਸਤੇ ਕੀ ਸਰਕਾਰ ਵੱਲੋਂ ਕਰਿਆ ਗਿਆ ਹੈ। ਇਹਦੇ ਵਿੱਚ ਸਮਝਣ ਵਾਲਾ ਘੱਟ ਹੈ, ਯਾਦ ਕਰਨ ਵਾਲਾ ਜ਼ਿਆਦਾ ਹੈ, ਜੋ ਤੁਹਾਨੂੰ ਸਮਝਣਾ ਪਏਗਾ ਪ੍ਰੋਪਰਲੀ। ਠੀਕ ਹੈ, ਇਹਨੂੰ ਆਪਾਂ ਯੂਜ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਹੋਈ ਹੈ ਇਕਨੋਮਿਕ ਸਰਵੇ ਦੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ। ਠੀਕ ਹੈ, ਤੋ ਇੱਕ ਇੱਦਾਂ ਦੀ ਏਜੰਸੀ ਆ, ਸਿੰਗਲ ਵਿੰਡੋ ਏਜੰਸੀ ਆ, 2018 ਦੇ ਵਿੱਚ ਇਹਨੂੰ ਖੋਲ੍ਹਿਆ ਗਿਆ ਸੀ। ਜਿਹੜਾ ਸਿੰਗਲ ਵਿੰਡੋ ਦਾ ਮਤਲਬ ਕੀ ਹੈ ਕਿ ਜੋ ਵੀ ਬੇਰੁਜ਼ਗਾਰੀ ਦੇ ਰਿਲੇਟਡ ਪ੍ਰੋਬਲਮਸ ਨੇ ਉਹਨਾਂ ਦਾ ਹੱਲ ਹੀ ਕਰਦੇ ਨੇ। ਕਾਉਂਸਲਿੰਗ ਤੋਂ ਲੈ ਕੇ, ਠੀਕ ਹੈ, ਲੋਕਾਂ ਨੂੰ ਦੱਸਣਾ ਇਨੀਸ਼ੀਏਟਿਵਸ ਬਾਰੇ ਕਿ ਬਈ ਸਰਕਾਰ ਦੀਆਂ ਆਹ ਸਕੀਮਾਂ ਨੇ, ਆਹ ਪੇਪਰ ਲੈਣ ਵਾਲਿਆਂ ਨੂੰ ਤੁਸੀਂ ਤਿਆਰੀ ਕਰੋ, ਕਾਉਂਸਲਿੰਗ ਕਰਨੀ, ਫਿਰ ਟ੍ਰੇਨਿੰਗ ਦੇਣੀ। ਠੀਕ ਹੈ, ਟ੍ਰੇਨਿੰਗ ਦੇਣੀ, ਉਹਦੇ ਬਾਅਦ ਅਗਰ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਹਨੂੰ ਘੱਟ ਰੇਟ ਆਫ ਇੰਟਰਸਟ 'ਤੇ ਲੋਨ ਦਿਵਾਉਣੇ। ਠੀਕ ਹੈ, ਮੁੱਕਮ ਮੁਕਾਉਣੀ ਗੱਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਸੇ ਵੀ ਤਰੀਕੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਖੁਦ ਕੰਮ ਕਰਨਾ ਚਾਹੁੰਦੇ ਹੋ, ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਕਾਉਂਸਲਿੰਗ ਦੇ ਵਿੱਚ ਹਰ ਤਰੀਕੇ ਜਿਹੜੀ ਹੈਲਪ ਹੈ ਉਹ ਕਰੀ ਜਾਂਦੀ ਹੈ ਬਾਏ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ। ਵੈਰੀ ਇੰਪੋਰਟੈਂਟ। ਠੀਕ ਹੈ, ਅੱਗੇ ਡਾਟਾ ਦਿੱਤਾ ਹੈ ਕਿ ਬਈ ਕਿੰਨੀਆਂ ਪਲੇਸਮੈਂਟਸ ਕਰ ਚੁੱਕੇ ਨੇ, ਕਿ 40,000 ਤੋਂ ਜ਼ਿਆਦਾ ਲੋਕ ਪਾਰਟੀਸਪੇਟ ਕਰ ਚੁੱਕੇ ਨੇ, ਕਿੰਨਾ ਫਾਇਦਾ ਹੋਇਆ। ਇਹ ਡਾਟਾ ਇੰਪੋਰਟੈਂਟ ਹੈ, ਬਟ ਨॉट दैट ਇੰਪੋਰਟੈਂਟ, ਜ਼ਿਆਦਾ ਇੰਪੋਰਟੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਏਜੰਸੀ ਦਾ ਕੰਮ ਕੀ ਹੈ। ਠੀਕ ਹੈ, ਤਾਂ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਟਰਪ੍ਰਾਈਜ਼ਸ ਤੁਸੀਂ ਯਾਦ ਰੱਖੋਗੇ, ਵੈਰੀ ਵੈਰੀ ਇੰਪੋਰਟੈਂਟ ਐਜ਼ ਫਾਰ ਐਜ਼ ਇੰਪਲੋਇਮੈਂਟ ਇਨ ਪੰਜਾਬ ਇਜ਼ ਕੰਸਰਨਡ। ਠੀਕ ਹੈ, ਧਿਆਨ 'ਚ ਰੱਖਣਾ। ਚਲੋ ਅੱਗੇ ਚੱਲਦੇ ਆ, ਫਿਰ ਅੱਗੇ ਹੋਰ ਸਕੀਮਸ ਦੇ ਬਾਰੇ ਗੱਲ ਕਰੀ ਗਈ ਹੈ। ਜਿੱਦਾਂ ਦੋਜ਼ ਆਪਣੇ ਕੋਲ ਇੰਸਟੀਚਿਊਟਸ ਦੇ ਨਾਮ ਨੇ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਕਿ ਉਹ NDA ਦੇ ਵਿੱਚ ਜਾਂ ਫਿਰ ਜਿੰਨੀ ਵੀ ਆਪਣੀ ਆਰਮਡ ਫੋਰਸਿਸ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਜੋਬ ਮਿਲ ਜਾਏ, ਉਹਦੇ ਰਿਲੇਟਡ ਟ੍ਰੇਨਿੰਗ ਦਿੱਤੀ ਜਾਂਦੀ ਹੈ। ਠੀਕ ਹੈ, ਦੇਖ ਸਕਦੇ ਹੋ ਤੁਸੀਂ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ। ਠੀਕ ਹੈ, ਇਹ ਸਟੇਟ ਗਵਰਨਮੈਂਟ ਨੇ ਖੋਲ੍ਹਿਆ ਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਠੀਕ ਹੈ, ਮੋਹਾਲੀ। ਕੁੜੀਆਂ ਵਾਸਤੇ ਸਪੈਸੀਫਿਕਲੀ ਉੱਥੋਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਉਹ ਇੰਡੀਅਨ ਆਰਮਡ ਫੋਰਸਿਸ ਨੇ ਜਿਹੜੀਆਂ, ਠੀਕ ਹੈ, ਨੇਵੀ, ਏਅਰਫੋਰਸ, ਆਰਮੀ ਦੇ ਵਿੱਚ ਜਾ ਕੇ ਅੱਛੇ ਪੋਸਟਾਂ 'ਤੇ ਕੰਮ ਕਰ ਪਾਉਣ, ਤਾਂ ਉਹਨਾਂ ਲਈ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ। ਅੱਗੇ ਡਾਟਾ ਹੈ ਕਿ ਬਈ ਕਾਫੀ ਕੈਡੇਟਸ ਨੇ ਜਿਹੜੇ ਕੈਂਡੀਡੇਟਸ ਉਹ ਟ੍ਰੇਨ ਕਰੇ ਜਾ ਚੁੱਕੇ ਨੇ, ਜਿਹੜੇ ਪ੍ਰੀ ਕਮਿਸ਼ਨਡ ਐਜ਼ ਦੇ ਆਰ ਵਰਕਿੰਗ ਅੰਡਰ ਵੇਰੀਅਸ ਆਰਮਡ ਫੋਰਸਿਸ, ਵਿਚ ਇਜ਼ ਅਗੇਨ ਅ ਗੁੱਡ ਪੁਆਇੰਟ। ਤੁਸੀਂ ਟ੍ਰੇਨ ਕਰ ਰਹੇ ਹੋ ਬੱਚਿਆਂ ਨੂੰ ਕਿ ਉਹ ਆਰਮਡ ਫੋਰਸਿਸ ਦਾ ਫੌਜ ਨੂੰ ਜੁਆਇਨ ਕਰ ਸਕਣ। ਸੇਮ ਹੈਗਾ, ਸੇਮ ਕੰਮ ਕਰ ਰਿਹਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਰਵਿਸਿਜ਼ ਪ੍ਰੈਪਰੇਟਰੀ ਇੰਸਟੀਚਿਊਟ। ਆਪਾਂ ਸਟਾਰਟਿੰਗ 'ਚ ਵੀ ਗੱਲ ਕਰੀ ਸੀ ਇਹਦੇ ਬਾਰੇ। ਤਾਂ ਇਹਦੇ ਅੰਡਰ ਵੀ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਉਹ NDA ਨੈਸ਼ਨਲ ਡਿਫੈਂਸ ਏਜੰਸੀ ਨੂੰ ਜੁਆਇਨ ਕਰ ਪਾਉਣ, ਆਰਮਡ ਫੋਰਸਿਸ ਨੂੰ ਜੁਆਇਨ ਕਰ ਪਾਉਣ, ਜਿਹਦੇ ਰਿਲੇਟਡ ਟ੍ਰੇਨਿੰਗ ਦਿੱਤੀ ਜਾਂਦੀ ਹੈ। ਦਿਸ ਇਜ਼ ਫॉर ਬੋਥ ਮੇਲਸ ਐਜ਼ ਵੈਲ ਐਜ਼ ਫੀਮੇਲ। ਤਾਂ ਇਹ ਧਿਆਨ 'ਚ ਰੱਖਣਾ। ਸੋ ਯੈਸ, ਇਟ ਇਜ਼ ਅਗੇਨ ਅ ਗੁੱਡ ਪੁਆਇੰਟ ਜਿੱਥੇ ਤੁਸੀਂ ਬੱਚਿਆਂ ਨੂੰ ਟ੍ਰੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਦੇ ਬਿਨਾਂ ਹੋਰ ਜਿਹੜੇ ਇਨੀਸ਼ੀਏਟਿਵਸ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ ਨੇ, ਸੈਂਟਰ ਫॉर ਟ੍ਰੇਨਿੰਗ ਐਂਡ ਇੰਪਲੋਇਮੈਂਟ ਆਫ ਪੰਜਾਬ ਯੂਥ। ਠੀਕ ਹੈ, ਬਹੁਤ ਪੁਰਾਣੀ ਸਕੀਮ ਹੈ, 1990 ਦੇ ਵਿੱਚ ਇਹ ਚੀਜ਼ ਓਪਨ ਹੋਈ ਸੀ, ਜਿਹਦੇ ਵਿੱਚ ਕੀ ਹੈ ਅਗੇਨ ਕਿ ਟਾਰਗੇਟ ਕੀਤਾ ਜਾਂਦਾ ਹੈ ਅਨਇੰਪਲੋਇਮੈਂਟ ਵਾਲੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਉਹ ਪੈਰਾਮਿਲਟਰੀ ਫੋਰਸਿਸ, ਪੁਲਿਸ ਜਾਂ ਜਿੰਨੇ ਵੀ ਆਰਮਡ ਫੋਰਸਿਸ ਨੇ ਉਹਨਾਂ ਨੂੰ ਕੀ ਕਰ ਸਕਣ, ਜੁਆਇਨ ਕਰ ਸਕਣ। ਸੇਮ ਜੋ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ ਉਹਦੇ ਰਿਲੇਟਡ ਹੀ ਇਹ ਸਕੀਮ ਚੱਲ ਰਹੀ ਹੈ। 14 ਕੈਂਪਸ ਨੇ ਪੰਜਾਬ ਦੇ ਵਿੱਚ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਠੀਕ ਹੈ, ਅੱਗੇ ਦੱਸਿਆ ਕਿ ਬਈ 6000 ਦੇ ਅਰਾਊਂਡ ਜਿਹੜੇ ਯੂਥ ਨੇ ਉਹ ਟ੍ਰੇਨ ਕਰ ਚੁੱਕੇ ਨੇ ਅਤੇ 970 ਦੇ ਕਰੀਬ ਪੈਰਾਮਿਲਟਰੀ ਫੋਰਸਿਸ ਨੂੰ ਜੁਆਇਨ ਵੀ ਕਰ ਚੁੱਕੇ ਨੇ। ਠੀਕ ਹੈ, ਅਗੇਨ ਅ ਗੁੱਡ ਥਿੰਗ। ਉਹਦੇ ਬਿਨਾਂ ਹੋਰ ਸਕੀਮ ਹੈ ਆਪਣੇ ਕੋਲ ਪੰਜਾਬ ਘਰ ਘਰ ਰੋਜ਼ਗਾਰ ਐਂਡ ਕਾਰੋਬਾਰ ਮਿਸ਼ਨ।
ਠੀਕ ਹੈ। ਇਹ ਸੈਟਅਪ ਹੋਇਆ ਸੀ 2017 ਦੇ ਵਿੱਚ। ਇਹਦਾ ਕੰਮ ਕੀ ਹੈ? ਅਗੇਨ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ, ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਜਿਵੇਂ ਪੰਜਾਬ ਸਰਕਾਰ ਵੱਲੋਂ ਆਪਾਂ ਨੂੰ ਪਤਾ ਲੱਗਦਾ ਕਿ ਪੰਜਾਬ ਸਰਕਾਰ ਇਹ ਪੇਪਰ ਲੈਣ ਜਾ ਰਹੀ ਹੈ, ਜਾਂ ਇੱਥੇ ਜੋਬ ਦੀ ਓਪਰਚੁਨਿਟੀ ਮਿਲਦੀ ਹੈ, ਇਸ ਤੁਸੀਂ ਕਿੱਦਾਂ ਕਰ ਸਕਦੇ ਹੋ। ਜਾਂ ਅਗਰ ਤੁਸੀਂ ਜਿਵੇਂ ਆਪਾਂ ਸਟਾਰਟਅਪ ਜਾਂ ਸਟੈਂਡਅਪ ਮਿਸ਼ਨ ਦੀ ਗੱਲ ਕਰੀਏ, ਜੋ ਸੈਂਟਰ ਲੈਵਲ 'ਤੇ ਨੇ, ਸਟੇਟ ਗਵਰਨਮੈਂਟ ਉਹਨਾਂ ਨੂੰ ਦੇਖ ਰਹੀ ਹੈ ਕਿ ਬਈ ਅਗਰ ਤੁਸੀਂ ਮਾਰਜਨਲਾਈਜ਼ ਸੈਕਸ਼ਨ ਨੂੰ ਬਿਲੋਂਗ ਕਰਦੇ ਹੋ ਐਜ਼ ਅ ਵੂਮਨ, ਤੁਹਾਨੂੰ ਘੱਟ ਰੇਟ 'ਤੇ ਪੈਸੇ ਮਿਲ ਜਾਂਦੇ ਨੇ, ਠੀਕ ਹੈ। ਤੁਹਾਨੂੰ ਕੋਲੈਟਰਲ ਫ੍ਰੀ ਲੋਨ ਮਿਲਦੇ ਆ, ਤੁਸੀਂ ਆਪਣਾ ਕਿੱਤਾ ਸ਼ੁਰੂ ਕਰ ਸਕਦੇ ਹੋ, ਤੁਹਾਨੂੰ ਸਟੱਡੀ ਲੋਨ ਚਾਹੀਦੇ ਨੇ, ਸਭ ਕੁਛ ਮਤਲਬ ਇੱਕ ਪ੍ਰੋਪਰ ਸਟਰਕਚਰ ਵੇ ਦੇ ਵਿੱਚ ਸੋਸ਼ਲ ਮੀਡੀਆ 'ਤੇ ਇਹ ਐਕਟਿਵ ਰਹਿੰਦੇ ਨੇ ਅਤੇ ਦੱਸਿਆ ਜਾਂਦਾ ਹੈ। ਜਿਵੇਂ ਕਿ ਦੇ ਮੈਨੇਜ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਐਂਡ ਟਵਿੱਟਰ ਟੂ ਇਨਫੋਰਮ ਯੂਥ ਅਬਾਊਟ ਇਨੀਸ਼ੀਏਟਿਵਸ, ਠੀਕ ਹੈ। ਉਹਨਾਂ ਨੇ ਕਿਹਾ ਕਿ ਕਾਫੀ ਪੋਸਟ ਅਪਲੋਡ ਹੁੰਦੀਆਂ ਨੇ, ਕਮੈਂਟਸ ਆਉਂਦੇ ਨੇ, ਫਿਰ ਬੱਚਿਆਂ ਨੂੰ ਇਹ ਟ੍ਰੇਨ ਕਰਦੇ ਨੇ ਕਿ ਬਈ ਤੁਸੀਂ ਇੱਥੇ ਆਪਣਾ ਜਿਹੜਾ ਰੋਜ਼ਗਾਰ ਹੈ ਉਹਦੇ ਬਾਰੇ ਦੇਖ ਸਕਦੇ ਹੋ, ਠੀਕ ਹੈ। ਸੋ ਯੈਸ ਇਟ ਇਜ਼। ਐਂਡ ਆਲਸੋ ਦੇ ਹੈਵ ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ, ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹਦੇ ਰਿਲੇਟਡ ਜਿਹੜੀ ਟ੍ਰੇਨਿੰਗ ਹੈ ਜਾਂ ਇਮੀਗ੍ਰੇਸ਼ਨ ਵਗੈਰਾ ਦੇ ਜੋ ਵੀ ਕੰਮ ਕਰਦੇ ਉਹਨਾਂ ਵਿੱਚ ਵੀ ਹੈਲਪ ਕਰੀ ਜਾਂਦੀ ਹੈ ਬਾਈ ਪੰਜਾਬ ਘਰ ਘਰ ਰੋਜ਼ਗਾਰ ਐਂਡ ਕਾਰੋਬਾਰ ਮਿਸ਼ਨ, ਠੀਕ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਮਿਸ਼ਨ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ। ਇਹਦੇ ਬਾਰੇ ਆਪਾਂ ਗੱਲ ਕਾਫੀ ਵਾਰ ਕਰ ਚੁੱਕੇ ਹਾਂ, ਬਜਟ ਵਿੱਚ ਵੀ ਕੀਤੀ ਸੀ, 2-3 ਲੈਕਚਰਸ ਆਪਣੇ ਹੋ ਚੁੱਕੇ ਆ, ਉਹਦੇ ਵਿੱਚ ਵੀ ਗੱਲ ਕੀਤੀ ਹੈ। ਇਜ਼ ਅ ਹਿਊਜ ਮਿਸਮੈਚ ਬਿਟਵੀਨ ਵਟ ਆਈ ਐਮ ਰੀਡਿੰਗ ਇਨ ਦ ਕਲਾਸਿਸ ਐਂਡ ਵਟ ਇਜ਼ ਬੇਸਿਕਲੀ ਰਿਕੁਆਇਰਡ ਬਾਈ ਅ ਕੰਪਨੀ ਔਰ ਇਨ ਇੰਡਸਟਰੀ, ਠੀਕ ਹੈ। ਸੋ ਦੇਰ ਇਜ਼ ਅ ਸਕਿੱਲ ਮਿਸਮੈਚ। ਜੋ ਮੈਨੂੰ ਪੜ੍ਹਾਇਆ ਜਾ ਰਿਹਾ ਹੈ ਅਤੇ ਜੋ ਕੰਪਨੀਆਂ ਮੰਗ ਰਹੀਆਂ ਨੇ ਉਹ ਸੇਮ ਨਹੀਂ ਆ। ਇਹ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਠੀਕ ਹੈ। ਆਪਾਂ ਬੁਕਿਸ਼ ਲੈਂਗੁਏਜ ਲਾਈਕ ਇਟ ਗੈਟ ਸਮ ਪੀਪਲ ਕੈਨ ਗੈਟ ਡਿਫੈਂਡਡ ਬਾਈ ਦਿਸ ਪੁਆਇੰਟ, ਔਰ ਲਾਈਕ ਹੋ ਸਕਦਾ ਤੁਸੀਂ ਇਸ ਪੁਆਇੰਟ ਨਾਲ ਐਗਰੀ ਨਾ ਕਰੋ। ਵੀ ਹੈਵ ਟੂ ਹੈਵ ਅ ਹਿਊਜ ਚੇਂਜ ਇਨ ਐਜੂਕੇਸ਼ਨ ਸਿਸਟਮ, ਅ ਲੋਟ। ਆਪਣਾ ਪੜ੍ਹਨ ਦਾ ਤਰੀਕਾ ਅਤੇ ਰੁਜ਼ਗਾਰ ਲੈਣ ਦਾ ਤਰੀਕਾ ਦੋਨੋਂ ਡਿਫਰੈਂਟ ਨੇ। ਤੁਸੀਂ ਖੁਦ ਜਿਸ ਚੀਜ਼ ਨੂੰ ਮੰਨੋਗੇ, ਤੁਸੀਂ ਇੱਕ ਵਾਰੀ ਪੜ੍ਹ ਲੈਂਦੇ ਹੋ, ਜਦੋਂ ਕਿਸੇ ਰੁਜ਼ਗਾਰ 'ਚ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਦੁਬਾਰਾ ਟ੍ਰੇਨ ਕਰਦੇ ਹੋ ਕੁਛ ਲਾਈਕ ਆਪਣੇ ਬੇਸਿਸ 'ਤੇ। ਯੂ ਹੈਵ ਟੂ ਡਿਵੈਲਪ ਯੂਰ ਸੈਲਫ, ਠੀਕ ਹੈ। ਅੰਦਰ ਇਨੋਵੇਸ਼ਨਸ ਕਰਨੀਆਂ ਪੈਂਦੀਆਂ ਨੇ, ਫਿਰ ਤੁਸੀਂ ਇੱਕ ਲੈਵਲ ਤੱਕ ਪਹੁੰਚਦੇ ਹੋ। ਇਹ ਬਹੁਤ ਬੜੀ ਪ੍ਰੋਬਲਮ ਹੈ ਜਿਹਦੇ ਕਰਕੇ ਬਹੁਤ ਲੋਕ ਬੇਰੁਜ਼ਗਾਰ ਬੈਠੇ ਨੇ। ਐਂਡ ਇਹ ਵੀ ਇੱਕ ਚੀਜ਼ ਹੈਗੀ ਹੈ ਕਿ ਹੁਣ ਰਿਕੁਆਇਰਮੈਂਟ ਚੇਂਜ ਹੋ ਰਹੀਆਂ ਨੇ। ਆਪਾਂ ਨੇ ਪਹਿਲਾਂ ਵੀ ਗੱਲ ਕਰੀ ਆ, ਵੀ ਆਰ ਇਨ ਏਰਾ ਵੇਅਰ AI ਇਜ਼ ਐਵਰੀਥਿੰਗ, ਰਾਈਟ, ਵੇਅਰ IoT ਇਜ਼ ਐਵਰੀਥਿੰਗ, ਵੀ ਟਾਕ ਅਬਾਊਟ ਨਾਉ ਟੈਕਨੋਲੋਜੀ, ਰਾਈਟ, ਵੀ ਟਾਕਿੰਗ ਅਬਾਊਟ ਸੈਮੀ ਕੰਡਕਟਰਸ, ਰਾਈਟ। ਸੋ ਇੱਥੇ ਕਲਾਸਾਂ 'ਚ ਪੜ੍ਹਿਆ ਕੰਮ ਨਹੀਂ ਆ ਰਿਹਾ, ਜਿਹਦੇ ਕਰਕੇ ਸਕਿੱਲ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ, ਜਿਹਦੇ ਕਰਕੇ ਸਰਕਾਰ ਕਦਮ ਲੈ ਰਹੀ ਹੈ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਇਹਦੇ ਅੰਡਰ ਕੀ ਹੈ ਕਿ ਸਕਿੱਲ ਡਿਵੈਲਪਮੈਂਟ ਇਨੀਸ਼ੀਏਟਿਵਸ ਲੈ ਗਏ ਨੇ। ਇਹ ਧਿਆਨ ਨਾਲ ਦੇਖੋ, ਇੰਪਲੋਏਬਿਲਿਟੀ ਵਧਾਉਣੀ ਹੈ, ਠੀਕ ਹੈ, ਇੰਪਲੋਏਬਿਲਿਟੀ ਵਧਾਉਣੀ ਹੈ, ਐਂਟਰਪ੍ਰੇਨਿਓਰਸ਼ਿਪ ਵਧਾਉਣੀ ਹੈ, ਜਿਹਦੇ ਕਰਕੇ ਡਿਮਾਂਡ ਡਰਿਵਨ ਇੰਡਸਟਰੀ ਰੈਲੇਵੈਂਟ ਸਕਿੱਲ ਟ੍ਰੇਨਿੰਗ ਦੇਣੀ ਹੈ। ਜਿਸ ਚੀਜ਼ ਦੀ ਮਾਰਕੀਟ 'ਚ ਡਿਮਾਂਡ ਹੈ, ਜਿਵੇਂ ਆਪਾਂ ਅੱਜ ਗੱਲ ਨਹੀਂ ਕਰਦੇ ਕਿ ਬਈ ਡਾਟਾ ਐਂਟਰੀ, ਕੋਡਿੰਗ ਦੇ ਬੜੀਆਂ ਜੋਬਸ ਨੇ, ਠੀਕ ਹੈ। AI ਰਿਲੇਟਡ ਜਿਹੜੇ ਬੱਚੇ ਕੰਮ ਕਰਦੇ ਉਹ ਬਹੁਤ ਵਧੀਆ ਪੈਕੇਜ ਲੈ ਰਹੇ ਨੇ। ਤਾਂ ਉਹਦਾ ਮਤਲਬ ਇਹੀ ਹੈ ਕਿ ਜੋ ਰਿਕੁਆਇਰਮੈਂਟ ਆ ਉਹਦੇ ਰਿਲੇਟਡ ਹੀ ਸਕਿੱਲ ਡਿਵੈਲਪਮੈਂਟ ਆਪਾਂ ਕਰਵਾ ਲਈਏ। ਇਟ ਆਲਸੋ ਅਲਾਈਨ ਵਿਦ ਨੈਸ਼ਨਲ ਪ੍ਰੋਗਰਾਮ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਸਕਿੱਲ ਇੰਡੀਆ ਪ੍ਰੋਗਰਾਮ ਹੋ ਗਿਆ, ਠੀਕ ਹੈ, ਸਟੈਂਡਅਪ ਇੰਡੀਆ, ਸਟਾਰਟਅਪ ਇੰਡੀਆ। ਸੋ ਜੋ ਵਰਕਫੋਰਸ ਤਿਆਰ ਹੋ ਰਹੀ ਆ ਨੈਸ਼ਨਲ ਲੈਵਲ 'ਤੇ, ਉਹਦੇ ਨਾਲ ਬਿਲਕੁਲ ਆਪਾਂ ਅਲਾਈਨਮੈਂਟ 'ਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਗੱਲ ਕਰੀ ਹੈ ਕਿ ਜਿਹੜੀ ਹੋਰ ਸੈਂਟਰ ਸਰਕਾਰ ਦੀਆਂ ਸਕੀਮਸ ਨੇ ਜਿਹਦੇ ਅੰਡਰ ਫੰਡਿੰਗ ਵੀ ਮਿਲਦੀ ਹੈ, ਠੀਕ ਹੈ, ਜਿਹਨੂੰ ਇੰਪਲੀਮੈਂਟ ਕੌਣ ਕਰਦਾ? ਸਟੇਟ ਗਵਰਨਮੈਂਟਸ ਕਰਦੀਆਂ ਨੇ। ਜਿਵੇਂ ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਸੰਕਲਪ ਮਿਸ਼ਨ, ਬਹੁਤ ਇੱਦਾਂ ਦੀਆਂ ਸਕੀਮਸ ਨੇ ਜਿਹੜੀਆਂ ਸੈਂਟਰ ਸਰਕਾਰ ਚਲਾ ਰਹੀ ਹੈ, ਜਿਹਦੇ ਅੰਡਰ ਪੰਜਾਬ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੋਕਾਂ ਨੂੰ ਜਿਹੜਾ ਸਕਿੱਲ ਹੈ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ। ਅਗੇਨ ਅ ਵੈਰੀ ਇੰਪੋਰਟੈਂਟ ਪੁਆਇੰਟ, ਠੀਕ ਹੈ ਜੀ, ਧਿਆਨ 'ਚ ਰੱਖਣਾ। ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਸਕਿੱਲ ਟ੍ਰੇਨਿੰਗ ਕੰਪੋਨੈਂਟ। ਅੱਛਾ ਜੀ, ਹੁਣ ਇਹ ਕੀ ਹੈ ਬਈ? ਇਹ ਪੰਜਾਬ ਸਰਕਾਰ ਦੀ ਖੁਦ ਦੀ ਸਕੀਮ ਨਹੀਂ ਹੈਗੀ। ਮਤਲਬ ਜਿਹੜੀਆਂ ਜਿਵੇਂ ਮੈਂ ਪਹਿਲਾਂ ਕਿਹਾ, ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਆ ਕਿਹਦਾ? ਸੈਂਟਰ ਸਰਕਾਰ ਦਾ। ਉਹਦੇ ਅੰਡਰ ਕੁਝ ਕੰਪੋਨੈਂਟਸ ਨੇ ਜਿਹੜੀਆਂ ਜਿਹਦੇ ਕੌਣ ਧਿਆਨ ਰੱਖਦਾ? ਪੰਜਾਬ ਸਰਕਾਰ ਜਾਂ ਸਾਰੀ ਸਰਕਾਰਾਂ ਸਟੇਟਾਂ ਦੀਆਂ ਉਹ ਧਿਆਨ ਰੱਖਦੀਆਂ ਨੇ। ਸੋ ਉਵੇਂ ਇਹ ਸਪੈਸੀਫਿਕਲੀ ਫੋਕਸ ਕਰ ਰਹੇ ਆ ਅਰਬਨ ਯੂਥ 'ਤੇ, ਠੀਕ ਹੈ, ਜੋ ਸ਼ਹਿਰਾਂ ਦੇ ਵਿੱਚ ਦੇ ਨੌਜਵਾਨ ਨੇ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦੇਣ ਲਈ ਇਹ ਕੰਮ ਕੀਤਾ ਜਾ ਰਿਹਾ। ਇਹਦੇ ਅੰਡਰ ਮਤਲਬ ਜਿਹੜੀ ਇਹ ਸਕੀਮ ਹੈ ਜੋ ਸੈਂਟਰ ਸਰਕਾਰ ਦੀ ਹੈ, ਉਹਦੇ ਅੰਡਰ ਪੰਜਾਬ ਸਰਕਾਰ ਨੂੰ ਇਹ ਟਾਰਗੇਟ ਮਿਲਿਆ ਸੀ ਕਿ ਘੱਟ ਤੋਂ ਘੱਟ 30,000 ਜਿਹੜਾ ਨੌਜਵਾਨ ਹੈ ਉਹਨਾਂ ਨੂੰ ਟ੍ਰੇਨ ਕਰਨਾ ਹੈ। ਜਿਹਨੂੰ ਫੰਡਿੰਗ ਵਗੈਰਾ ਵੀ ਮਿਲੀ ਸੀਗੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਤੋਂ, ਜਿਹੜੀ ਮੇਨਲੀ ਜਿਹੜਾ ਅਰਬਨ ਏਰੀਆ ਹੈ ਉਹਦੀ ਡਿਵੈਲਪਮੈਂਟ 'ਤੇ ਕੰਮ ਕਰਦੀ ਹੈ। ਸੁਣਿਆ ਹੋਗਾ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ, ਤਾਂ ਉਹਦੇ ਅੰਡਰ ਵੀ ਪੰਜਾਬ ਸਰਕਾਰ ਕੰਮ ਕਰਦੀ ਹੈ। ਸੋ ਯੈਸ, ਦੇ ਹੈਵ ਸੈਟ ਦੀ ਟਾਰਗੇਟ ਟੂ ਟ੍ਰੇਨ 25,000 ਨੀਅਰ ਅਬਾਊਟ ਯੂਥ, ਰਾਈਟ, टू इम्पैनल ट्रेनिंग पार्टनर्स एंड स्किल्स काउंसिल्स, ठीक है। सो ट्रेनिंग शुरू हो चुकी है एंड इन्होंने डाटा भी दिता है कि भाई नियर अबाउट 900
ਦੇ ਰਾਊਂਡ ਜਿਹੜੇ ਬੱਚੇ ਨੇ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ ਤੇ ਸ਼ਹਿਰਾਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਅੰਡਰ ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਵਿਚ ਇਜ਼ ਅ सेंटर गवर्नमेंट स्कीम बट इंप्लीमेंटेड बाय योर स्टेट गवर्नमेंट्स। ध्यान च रखना दीन दयाल उपाध्याय ग्रामीण कौशल योजना ये बारे ਆਪਾਂ ਗੱਲ ਕਰ ਲਈ। ਹੁਣ ਜਿਵੇਂ ਜਿਹੜਾ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਹੈ ਉਹ ਕਿਹਦੇ ਲਈ ਹੈ, ਜਿਹੜੇ ਨੌਜਵਾਨ ਸ਼ਹਿਰਾਂ ਦੇ ਵਿੱਚ ਨੇ। ਅਗਰ ਉਹਦਾ ਬਿਲਕੁਲ ਆਪਾਂ ਵਰਜਨ ਦੇਖੀਏ ਕਿ ਵੀ ਪਿੰਡਾਂ ਦੇ ਵਿੱਚ ਕੀ ਹੈ, ਪਿੰਡਾਂ 'ਚ ਕਿਹੜੀ ਸਕੀਮ ਲਾਗੂ ਹੁੰਦੀ ਹੈ, ਦੀਨ ਦਿਆਲ ਉਪਾਧਿਆਏ ਰੂਰਲ ਗ੍ਰਾਮੀਣ ਕੌਸ਼ਲ ਯੋਜਨਾ। ਇਹ ਕਿਹੜੀ ਯੋਜਨਾ ਬਈ ਤੁਸੀਂ ਪੜ੍ਹਿਆ ਹੋਊਗਾ, ਜਿਵੇਂ ਨੈਸ਼ਨਲ अर्बन लाइवलीहुड मिशन है उदा ही नैशनल रूरल लाइवलीहुड मिशन है। ये सेंटर सरकार की स्कीम है जी स्कीम काम करती है अंडर मिनिस्ट्री ऑफ रूरल डेवलपमेंट। जी अर्बन वाली शो की अंडर काम करती है मिनिस्ट्री ऑफ हाउसिंग एंड अर्बन अफेयर्स। ठीक है, बहुत इंपॉर्टेंट ने अपन क्वेश्चन इतों पूछ लेंगे जोड़ा सारा स्कीम मिनिस्ट्रीज ने उधर क्वेश्चन आ जाते हैं। तो वो अंडर स्कीम है सेम जो आप पढ़ के आए हैं कि स्किल डेवलपमेंट लिए काम हो रहा है अर्बन एरियाज ਵਿੱਚ सेम गोज फॉर रूरल पंजाब। तो रूरल पंजाब ਦੇ ਵਿੱਚ ਵੀ ट्रेन दी जा रही है स्किल डेवलपमेंट काम हो रहा अंडर दिस पर्टिकुलर स्कीम। ये बारे तुसी एक्स्ट्रा भी पढ़ सकते हो। ठीक है, इन्हों की साइट्स तो विजिट करके मतलब ये यूपीएस लिए भी इंपॉर्टेंट होंगे ने, तो दिस कैन ऑल्सो भी इंपॉर्टेंट। ये बारे एक्स्ट्रा अगर तुसी पॉइंट्स ऐड करना चाहते हो तुसी कर सकते हो। ठीक है, अगे अगेन कुछ पॉइंट्स ने जिमें संकल्प मिशन की गल है स्किल एक्विजिशन एंड नॉलेज अवेयरनेस फॉर लाइवलीहुड प्रमोशन। इत्थे भी की जाता ਜਿਹੜੀਆਂ स्किल ट्रेनिंग प्रोग्राम्स ने सरकार ਦੇ ਉਹਦੇ जो फंडिंग मिलती है ਜਾਂ ट्रेनिंग काउंसलिंग्स मिलदियां ने ਉਹਨਾਂ ਨੂੰ ਕੋਲੈਬ ਕੀਤਾ ਜਾਂਦਾ ਹੈ। मतलब कुछ प्राइवेट सैक्टर आते आ, कुछ कंपनीज आਉਂਦੀਆਂ ਨੇ, ਉਹਨਾਂ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਬੱਚਿਆਂ ਨੂੰ ਟ੍ਰੇਨ ਦਿੱਤੀ ਜਾਂਦੀ ਹੈ। ਜਿਵੇਂ ਆਪਾਂ ਇੰਟਰਨਸ਼ਿਪ ਕਹਿ ਦਿੰਦੇ ਹਾਂ, ਉਹਦੇ ਬਾਅਦ ਉਹਨਾਂ ਕੰਪਨੀਆਂ ਦੇ ਵਿੱਚ ਬੱਚਿਆਂ ਨੂੰ ਕੰਮ ਦਿੱਤਾ ਜਾਂਦਾ ਹੈ। तो दैट इज अंडर संकल्प सेंटर ऑफ एक्सलेंस इन एसोसीएशन विद एसकॉम। ठीक है, तो एसकॉम नाल भी जी मिनिस्ट्री आ जी मिनिस्ट्री ऑफ इंडस्ट्रीज एंड इंटरनल ट्रेड है प्रमोशन लिए वो मिनिस्ट्री इकट्ठे काम कर रहे हैं सो दैट आप ऑटोमेटिव इंडस्ट्री के इलैक्ट्रॉनिक इंडस्ट्री के लोगों को ज़्यादा ट्रेन कर पाइए, जो रिक्वायरमेंट है लेटेस्ट तो उन्होंने रोज़गार वधा पाइए। सो दिस इज़ ऑल्सो द स्कीम। वो बिना कुछ अगे स्कीम्स ने जड़ियाँ बेस ने CSR ते। CSR एक कंसैप्ट है जो पता होना चाहिए, कॉरपोरेट सोशल रिस्पॉन्सिबिलिटी। ठीक है, आई थिंक तो सिर बारे पढ़िया होगा CSR। सो कंसैप्ट की है इट इज़ द एथिकल ऑब्लिगेशन ऑफ कंपनीज दैट दे शुड वर्क इन फॉर सोसाइटी ऑल्सो अदर देन प्रॉफिट मेकिंग। लेट मी मेक इट सिंपल। सो कंपनीज प्रॉफिट मेकिंग का काम करदियां ने। दो तरीके सैक्टर होंगे ने, प्राइवेट पब्लिक। पब्लिक सैक्टर जिथे सरकार का योगदान है उन्होंने काम की होंगे कि भी पैसा तो कमाना है, नाल ना लोगों की भी भलाई कर रही है, बिकॉज ओवरऑल स्टेट का काम की है वेलफेयर ऑफ द पीपल। ठीक है, सोशल कॉन्ट्रैक्ट थ्योरी तो सबने पढ़ी होगी। जो आप प्राइवेट सैक्टर की गल कर रहे हैं, प्राइवेट सैक्टर के लोग अपने लिए कमाते हैं, लोगों लिए नहीं कमाते। ठीक है, वो कुछ भी प्रोडक्ट बना रहे हैं, कोई भी इंडस्ट्री खुली है वह मेन काम की होगा प्रॉफिट मेकिंग, पैसा किमें कमाना। बट जितों पैसा कमा रहे हैं वो रिसोर्सिस का सब यूज़ कर रहे हैं, नेचर के रिसोर्सिस यूज़ कर रहे हैं, लैंड नेचुरल रिसोर्सिस मिनरल्स वुड कुछ भी कोई भी इंडस्ट्री है। सो उन्होंने फर्ज बनता कितना कितने वो लोगों की भी भलाई अपना हिस्सा पाउन या फिर कितना कितने इन्वायरमेंट सही करने वास्ते या सस्टेनेबल डेवलपमेंट तक जान। तो ਜਿਹੜੇ कंपनीज ने वो रजिस्टर किमें होंदियां ने अंडर कंपनी एक्ट। ये तुहानूं पता होगा कंपनी एक्ट 2013 के अंडर कोई भी कंपनी रजिस्टर होंदी है ਉਹਦੇ लॉ के अंडर ही एक सैक्शन है सैक्शन 135। सैक्शन 135 डिफाइंस CSR। ठीक है, एंड इंडिया इज़ द फर्स्ट कंट्री टू मेक CSR मैंडेटरी। है कि अगर मेरी कंपनी है, अगर मेरी कंपनी का प्रॉफिट अच्छा है, मतलब कि में टर्म्स ने कि इफ़ द नेट प्रॉफिट ऑफ माई कंपनी इज़ मोर देन 5 करोड़। ठीक है, और माई नेट वर्थ इज़ मोर देन 500 करोड़ और माई ओवरऑल टर्नओवर इज़ मोर देन 1000 करोड़ और इक्वल टू। सो मेरा फर्ज बनता कि भाई मैं कुछ कॉन्ट्रीब्यूट करा। कॉन्ट्रीब्यूट कितने भी कर सकती हाँ, एनवायरनमेंट में बेटर करने वास्ते फॉरेस्टेशन कर सकती हैं, एजुकेशन लिए दे सकती हैं, हेल्थ लिए दे सकती हैं, लोगों के घर बना सकती हैं, कुछ भी लोगों की भलाई लिए मैं कर सकती हूँ। ठीक है जी, ये CSR अंडर आ। सर जी इस क्राइटेरिया मीट करते हैं कि भी जिन्होंने इन्नी कमाई हैगी आ वो अपना पिछले 3 सालों का एवरेज आ जिन्नी उन्होंने प्रॉफिट का एवरेज होंगे पिछले 3 सालों का 2% कॉन्ट्रीब्यूट करते हैं। ठीक है, सो हुण आपां की करते हैं कि जो हुणे स्कीम्स के अंडर की हुंदा कि जिहड़ी उन्हें रिस्पॉन्सिबिलिटी है CSR की वो अंडर फंडिंग देणगे, वो फंडिंग नूं आपां यूज़ करांगे लोगों नूं रोज़गार देने वास्ते। दैट इज़ द कॉन्सैप्ट। सो काफ़ी इतने स्कीम्स ने जिवें स्पोर्ट्स गुड मैन्युफैक्चरर्स ने, IBM CSR बहुत स्किल है प्रोजेक्ट है। ठीक है, माइक्रोसॉफ्ट कॉरपोरेशन है, मल्टीपल कंपनीज नाल आपां MOU साइन करते हैं
ਠੀਕ ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇੱਕ ਐਗਰੀਮੈਂਟ ਸਾਈਨ ਕਰਦੇ ਹਾਂ ਕਿ ਵੀ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ CSR ਦੀ, ਇਹਦੇ ਅੰਡਰ ਤੁਸੀਂ ਲੋਕਾਂ ਨੂੰ ਕੀ ਕਰੋ, ਰੋਜ਼ਗਾਰ ਦਿਓ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਜਿਵੇਂ ਸਪੋਰਟਸ ਨੇ, ਹੁਣ ਜਲੰਧਰ ਇਜ਼ ਗੁੱਡ ਪਲੇਸ ਨੋਨ ਫॉर ਸਪੋਰਟਸ ਰਾਈਟ, ਉਹਦੇ ਓਪਰੇਟਡ ਗੁੱਡਸ ਗਾਰਮੈਂਟਸ ਨੂੰ ਬਣਾਉਣਾ ਕਿੱਦਾਂ ਉਹ ਲੋਕਾਂ ਨੂੰ ਦੱਸਿਆ ਜਾਂਦਾ ਹੈ, ਜੋ ਕੰਪਨੀਜ਼ ਦੱਸਦੀਆਂ ਨੇ, ਅਤੇ ਬਾਅਦ ਵਿੱਚ ਉਹਨਾਂ ਕੰਪਨੀਆਂ ਦੇ ਵਿੱਚ ਉਹਦੀ ਪਲੇਸਮੈਂਟ ਹੋ ਜਾਂਦੀ ਹੈ, ਉਹਨਾਂ ਨੂੰ ਜੋਬ ਮਿਲ ਜਾਂਦੀ ਆ। ਤਾਂ CSR ਦੇ ਅੰਡਰ ਇਹ ਜਿਹੜੇ ਇਨੀਸ਼ੀਏਟਿਵਸ ਨੇ ਇਹ ਵੀ ਲਏ ਗਏ ਨੇ। ਯੂ ਕੈਨ ਹੈਵ ਜਸਟ ਅ ਲੁੱਕ, CSR ਐਜ਼ ਅ ਕॉन्सेप्ट इज़ इंपॉर्टेंट। ठीक है, ये तुसीं ध्यान नाल पढ़ लिओ। ਉਹਦੇ ਬਿਨਾਂ ਅਗੇਨ ਰਹਿਣਾ ਐਜੂਕੇਸ਼ਨ ਫਾਊਂਡੇਸ਼ਨ ਆ, ਜਿਹਦੇ ਨਾਲ ਆਪਾਂ ਨੇ MOU ਅਗੇ ਐਗਰੀਮੈਂਟ ਸਾਈਨ ਕਰਿਆ ਕਿ ਬਈ ਫ੍ਰੀ ਆਫ ਕੋਸਟ ਇਹ ਟ੍ਰੇਨਿੰਗ ਦਿੱਤੀ ਜਾਊਗੀ। ਮਾਡਲ ਓਪਨ ਹੋਏ ਨੇ, ਪ੍ਰੋਜੈਕਟ ਓਪਨ ਹੋਏ ਨੇ ਗੁਰਦਾਸਪੁਰ, ਅੰਮ੍ਰਿਤਸਰ ਤੇ ਲੁਧਿਆਣੇ ਦੇ ਵਿੱਚ, ਜਿੱਥੇ ਹਰ ਤਰੀਕੇ ਦੀ ਸਕਿੱਲ ਹੈ, ਸੌਫਟ ਸਕਿੱਲ ਵੀ, ਹਾਰਡ ਸਕਿੱਲ ਵੀ, ਹਰ ਤਰੀਕੇ ਦੀ ਸਕਿੱਲ ਹੈ ਉਹ ਬੱਚਿਆਂ ਨੂੰ ਪ੍ਰੋਵਾਈਡ ਕਰੀ ਜਾ ਰਹੀ ਹੈ। ਇੰਪਾਵਰਮੈਂਟ ਆਫ ਟ੍ਰੇਨਿੰਗ ਪਾਰਟਨਰਸ, ਅਗੇਨ ਦ ਸੇਮ ਥਿੰਗ, प्रपोजल फॉर स्किल ट्रेनिंग इन पंजाब अंडर PM अजय स्कीम। ठीक है, तो अगेन जी प्रधानमंत्री ਦੀਆਂ स्किल डेवलपमेंट ਦੇ रिलेटेड स्कीम्स ने, ਜਿਹੜੀਆਂ ਨੈਸ਼ਨਲ ਲੈਵਲ ਦੀਆਂ ਸਕੀਮਸ ਨੇ, ਉਹਨਾਂ ਦੇ ਅੰਡਰ ਕੋਲੈਬੋਰੇਸ਼ਨ ਨਾਲ ਆਪਾਂ ਕੀ ਕਰ ਰਹੇ ਹਾਂ, ਜਿਹੜੇ ਤੋਂ ਗ੍ਰਾਂਟ ਮਿਲ ਰਹੀ ਆ ਉਹ ਗ੍ਰਾਂਟ ਨੂੰ ਯੂਜ਼ ਕਰਕੇ ਆਪਾਂ ਸਕਿੱਲਸ ਦੇ ਰਹੇ ਹਾਂ ਅੰਡਰ ਦੀ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ। ਠੀਕ ਹੈ, ਸੋ ਇਹਨਾਂ ਦੇ ਅੰਡਰ ਸਕੀਮਸ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ, ਬਟ ਐਜ਼ ਅ ਫੋਰਡ ਪੁਆਇੰਟ ਯੂਜ਼ ਕਰ ਲਿਓ ਕਿ ਬਈ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆਪਾਂ ਨੇ ਸਾਈਨ ਕਰੀ ਹੈ with various companies under their responsibility of CSR। ठीक है, ਸੋ ਇਹ ਓਵਰਆਲ ਇੱਕ ਅੱਛਾ ਪੁਆਇੰਟ ਬਣ ਸਕਦਾ। ਜੇ ਤੁਸੀਂ CSR ਨੂੰ ਵੀ ਕੇਟਰ ਕਰ ਲਿਆ, ਤੁਸੀਂ ਇਹ ਵੀ ਦੱਸ ਦਿੱਤਾ ਕਿ ਕਿੱਦਾਂ ਪੰਜਾਬ ਸਰਕਾਰ ਜਾਂ ਪ੍ਰਾਈਵੇਟ ਸੈਕਟਰਸ ਉਹਨਾਂ ਨਾਲ ਐਗਰੀਮੈਂਟ ਸਾਈਨ ਕਰ ਰਹੇ ਨੇ ਕਿ ਆਪਾਂ ਇੰਪਲੋਇਮੈਂਟ ਵੀ ਦਈਏ, ਟ੍ਰੇਨਿੰਗ ਵੀ ਦਈਏ, ਅਤੇ ਲੋਕਾਂ ਦੀ ਇੰਪਲੋਇਮੈਂਟਿਟੀ ਵਧਾਈਏ। ਠੀਕ ਹੈ ਜੀ, ਸੋ ਓਵਰਆਲ ਇਹ ਪੁਆਇੰਟਸ ਯਾਦ ਰੱਖਣੇ ਨੇ। ਬਾਕੀ ਇੰਪਲੋਇਮੈਂਟ ਐਜ਼ ਅ ਫੈਕਟਰ 'ਤੇ ਆਪਾਂ ਦੁਬਾਰਾ ਆਵਾਂਗੇ। ਠੀਕ ਹੈ, ਇੰਪਲੋਇਮੈਂਟ ਐਜ਼ ਅ ਫੈਕਟਰ ਜਾਂ ਉਹਦੇ ਲਈ ਹੋਰ ਕੀ ਕਰਿਆ ਜਾ ਸਕਦਾ, ਮੇਨਸ ਪਰਸਪੈਕਟਿਵ ਨਾਲ ਕੀ ਹੋ ਸਕਦਾ, ਉਹ ਆਪਾਂ ਸਾਰੀਆਂ ਗੱਲਾਂ ਦੁਬਾਰਾ ਕਰਨੀਆਂ ਨੇ। ਠੀਕ ਹੈ ਜੀ, ਜਸਟ ਗਿਵ ਮੀ 1 ਮਿੰਟ। ਠੀਕ ਹੈ, ਓਕੇ, ਸੋ ਫਸਟ ਚੈਪਟਰ ਆਪਾਂ ਕੰਪਲੀਟ ਕਰ ਚੁੱਕੇ ਹਾਂ। ਇਹਦੇ ਵਿੱਚ ਡਾਟਾ ਸੀ ਜੋ ਯਾਦ ਰੱਖਣ ਵਾਲੀਆਂ ਗੱਲਾਂ ਸੀ। ਜਿੱਥੇ ਆਪਾਂ ਗੱਲ ਕਰਦੇ ਹਾਂ ਬਜਟ ਦੀ ਨਾ, ਬਜਟ ਇੱਦਾਂ ਦਾ ਆਰਟੀਕਲ ਹੈ ਜਾਂ ਇੱਦਾਂ ਦਾ ਟੌਪਿਕ ਹੈ ਜਿਹਦੇ ਵਿੱਚ ਉਹ ਪ੍ਰੀਲਿਮਸ ਬੇਸਡ ਕਾਫੀ ਕੋਰਸਿਸ ਬਣਦੇ ਆ। ਜਿਹੜਾ ਇਕੋਨੋਮਿਕ ਸਰਵੇ ਆ ਉਹ ਇੱਦਾਂ ਦਾ ਟੌਪਿਕ ਹੈ, ਇਨ ਮਾਈ ਪੁਆਇੰਟ ਆਫ ਵਿਊ, ਇਟਸ ਮਾਈ ਸਬਜੈਕਟਿਵਿਟੀ, ਯੂ ਕੈਨ ਡਿਸਐਗਰੀ, ਜਿਹਦੇ ਵਿੱਚ ਤੁਹਾਨੂੰ ਇੱਕ ਮੇਨਸ ਪਰਸਪੈਕਟਿਵਲੀ ਇੱਕ ਇਨਲਾਈਟਨਮੈਂਟ ਮਿਲਦੀ ਆ, ਉਹ ਮੈਨੂੰ ਲੱਗਦਾ ਹੈ। ਠੀਕ ਹੈ, ਸੋ ਓਵਰਆਲ ਜਿਹੜੀਆਂ ਮਾੜੀਆਂ ਗੱਲਾਂ ਧਿਆਨ ਰੱਖਣ ਵਾਲੀਆਂ ਸਭ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਇਹਨਾਂ ਨੂੰ ਥੋੜ੍ਹਾ ਹੋਰ ਡਿਟੇਲ ਵਿੱਚ ਕਰਾਂਗੇ। ਹੁਣ ਸੈਕਟਰ ਵਾਈਜ਼ ਚੱਲਾਂਗੇ। ਅਗਰ ਐਗਰੀਕਲਚਰ ਦੀ ਗੱਲ ਹੋਊਗੀ, ਕ੍ਰੌਪਿੰਗ ਪੈਟਰਨ ਕੀ ਹੈ, ਕਿਹੜੀਆਂ ਫਸਲਾਂ ਉਗਾਉਂਦੇ ਆ, ਕਿੱਥੇ ਕਮਾਈ ਹੋ ਰਹੀ ਹੈ, ਕਿੱਥੇ ਨਫਾ ਨੁਕਸਾਨ, ਸਭ ਆਪਾਂ ਗੱਲ ਕਰਨੀ ਆ। ਫਿਰ ਇੰਡਸਟਰੀ ਦੀ ਗੱਲ ਕਰਾਂਗੇ, ਫਿਰ ਸਰਵਿਸ ਸੈਕਟਰ ਦੀ ਗੱਲ ਕਰਾਂਗੇ, ਫਿਰ ਹਿਊਮਨ ਰਿਸੋਰਸ ਦੀ ਗੱਲ ਕਰਾਂਗੇ। ਸੋ ਓਵਰਆਲ ਆਪਣੇ ਮੇਨਸ ਦੀ ਤਿਆਰੀ ਹੋ ਜਾਏਗੀ, ਲਾਈਕ ਆਪਣੇ ਪ੍ਰੀਲਿਮਸ ਵਿੱਚ ਵੀ ਹੈਲਪ ਹੋਏਗੀ। ਸੋ ਦਿਸ ਇਜ਼ ਆਲ ਫॉर ਟੂਡੇ, ਵੀ ਆਰ ਡਨ ਵਿਦ ਦ ਫਸਟ ਚੈਪਟਰ। ਜਿਹੜੀ ਕੱਲ੍ਹ ਦੀ ਕਲਾਸ ਹੋਏਗੀ ਬਹੁਤ ਇੰਪੋਰਟੈਂਟ ਹੋਏਗੀ। ਧਿਆਨ ਨਾਲ ਸਾਰੇ ਲੈਕਚਰਸ ਤੁਸੀਂ ਕਰਨੋਲੋਜੀ ਦੇ ਵਿੱਚ ਲਗਾਉਣੇ ਨੇ। ਠੀਕ ਹੈ, ਜਿਹੜੇ PDFs ਨੇ ਉਹ ਟੈਲੀਗ੍ਰਾਮ ਚੈਨਲ 'ਤੇ ਮਿਲਦੇ ਰਹਿਣਗੇ, ਉੱਥੋਂ ਨੋਟ ਤੁਸੀਂ ਡਾਊਨਲੋਡ ਕਰਦੇ ਰਹੋ ਅਤੇ ਇਹਨਾਂ ਨੂੰ ਨਾਲ ਰਿਵਾਈਜ਼ ਕਰਦੇ ਰਹਿਣਾ। ਠੀਕ ਹੈ, ਲੈਟਸ ਮੀਟ ਇਨ ਦੀ ਨੈਕਸਟ ਕਲਾਸ। ਥੈਂਕ ਯੂ ਸੋ ਮਚ ਫॉर ਟੂਡੇ।